ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਕੁਝ ਸਮੇਂ ਤੋਂ ਭਾਵ ਰਸ ਅੰਮ੍ਰਿਤ ਗ੍ਰੰਥ ਦੀ ਸੰਥਿਆ ਆਰੰਭ ਕੀਤੀ ਹੈ ਔਰ ਜਿਸ ਗ੍ਰੰਥ ਦੇ 18 ਛੰਦ ਹੋ ਚੁੱਕੇ ਨੇ, ਅੱਜ 19ਵੇਂ ਛੰਦ ਤੋਂ ਦੋਹਰੇ ਛੰਦ ਤੋਂ ਸੰਥਿਆ ਆਰੰਭ ਹੋਣੀ ਹੈ, ਜੋ ਕਿ ਪੰਡਿਤ ਗੁਲਾਬ ਸਿੰਘ ਜੀ ਨੇ ਇਸ ਗ੍ਰੰਥ ਦੀ ਰਚਨਾ ਕੀਤੀ ਹੈ ਅਤੇ ਇਸ ਗ੍ਰੰਥ ਦਾ ਨਾਮ ਭਾਵ ਰਸ ਅੰਮ੍ਰਿਤ ਗ੍ਰੰਥ ਹੈ। ਭਾਵ ਦਾ ਅਰਥ ਹੁੰਦਾ ਹੈ ਪ੍ਰੇਮ। ਜਿਹੜੇ ਪ੍ਰੇਮ ਨਾਲ ਪੜ੍ਹਦੇ ਆ ਨਾ ਇਸ ਗ੍ਰੰਥ ਨੂੰ, ਉਹਨਾਂ ਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੁੰਦੀ ਹੈ, ਨਾਮ ਰਸ ਦੀ ਵੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਐਸਾ ਮਹਾਨ ਗ੍ਰੰਥ, ਕਿਉਂਕਿ ਕਾਂਸ਼ੀ ਦੇ ਵਿੱਚ ਵਿਦਿਆ ਪੜ੍ਹੀ, ਪੰਡਿਤ ਗੁਲਾਬ ਸਿੰਘ ਜੀ ਨੇ ਸਾਧੂਆਂ ਮਹਾਤਮਾਵਾਂ ਦੀ ਸੇਵਾ ਕੀਤੀ, ਸਾਰੇ ਗ੍ਰੰਥਾਂ ਦਾ ਨਿਚੋੜ ਕੱਢ ਕੇ ਇਹਨਾਂ ਗ੍ਰੰਥਾਂ ਦੇ ਵਿੱਚ ਕਥਨ ਕੀਤਾ ਹੈ। ਤੋ ਜਿਸ ਤਰ੍ਹਾਂ ਅੱਜ 19ਵੇਂ ਦੋਹਰੇ ਛੰਦ ਤੋਂ ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਹਨ, ਉਚਾਰਨ ਕਰਦੇ ਨੇ, ਆਪ ਜੀ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਰੇ ਮਨ ਚੰਚਲ ਤੂੰ ਸਦਾ, ਭਜਿਓ ਨ ਹਾਰ ਕੋ ਨਾਮ। ਦੋਹਰੇ ਛੰਦ ਵਿੱਚ ਫਰਮਾਉਂਦੇ ਨੇ ਪੰਡਿਤ ਗੁਲਾਬ ਸਿੰਘ ਜੀ, ਰੇ ਮਨ ਚੰਚਲ ਤੂੰ ਸਦਾ। ਰੇ ਦਾ ਮਤਲਬ ਹੈ ਹੇ, ਮਨ ਕੀ ਮਨਾ। ਮਨ ਜਿਹੜਾ ਹੈ ਸੰਕਲਪੋ ਵਿਕਲਪੋ ਹੀ ਮਨਾ, ਫੁਰਨਿਆਂ ਦੇ ਸੰਗ੍ਰਹਿ ਦਾ ਨਾਮ ਮਨ ਹੈ। ਮਨ ਨੂੰ ਕਹਿੰਦੇ ਹਨ ਹੇ ਮਨਾ ਚੰਚਲ ਤੂੰ ਸਦਾ। ਤੂੰ ਸਦਾ ਦਾ ਅਰਥ ਹੁੰਦਾ ਹਮੇਸ਼ਾ, ਚੰਚਲ ਹੀ ਰਿਹਾ, ਯਾਨੀ ਚਲਾਏਮਾਨ ਹੀ ਰਿਹਾ। ਤੂੰ ਟਿਕਿਆ ਨਹੀਂ ਕਦੀ, ਭੱਜਦਾ ਫਿਰਦਾ ਰਿਹਾ, ਅਸਥਿਰ ਨਹੀਂ ਰਿਹਾ, ਟਿਕਿਆ ਨਹੀਂ। ਇਸ ਕਰਕੇ ਚੰਚਲ ਦਾ ਅਰਥ ਹੈ ਚਲਾਏਮਾਨ, ਦੌੜਦਾ ਫਿਰਦਾ ਰਿਹਾ। ਜਿਵੇਂ ਗੁਰਬਾਣੀ 'ਚ ਕਿਹਾ ਨਾ ਮਹਾਰਾਜ ਨੇ, ਗੁਰਬਾਣੀ ਵਿੱਚ ਵੀ ਮਨ ਨੂੰ ਚੰਚਲ ਕਿਹਾ ਹੈ। ਆਨੰਦ ਸਾਹਿਬ ਵਿੱਚ ਵੀ ਅਸੀਂ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਜਾਂ ਇਹ ਬਚਨ ਆਉਂਦੇ ਹੈ, ਇਹੋ ਮਨ ਚੰਚਲ ਵਸ ਨਾ ਆਵੈ, ਦੁਬਿਧਾ ਬਾਧਾ ਆਵੈ ਜਾਵੈ। ਜਾਂ ਇਹ ਵੀ ਬਚਨ ਆਉਂਦੇ ਹੈ, ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਇਹ ਵੀ ਬਚਨ ਆਉਂਦੇ ਆ, ਮਨ ਚੰਚਲ ਹੈ। ਚੰਚਲ ਵੀ ਕੈਸਾ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਕਦੀ ਤਾਂ ਉੱਚੀ ਅਵਸਥਾ ਚੜ ਜਾਂਦਾ, ਕਦੀ ਬਿਲਕੁਲ ਹੀ ਨੀਵਾਂ ਆ ਜਾਂਦਾ। ਤੇ ਲੋਭੀ ਹੈ ਜੀੜਾ, ਲੋਭੀ ਜੀੜਾ ਥਿਰ ਨਾ ਰਹਿਤ ਹੈ। ਕਿਉਂ ਚੰਚਲ ਹੈ ਕਿ ਲੋਭੀ ਲਾਲਚੀ ਹੈ, ਤਾਂ ਟਿਕਿਆ ਨਹੀਂ ਰਹਿੰਦਾ ਹੈ, ਚਾਰੇ ਕੁੰਡਾ ਭਾਲੇ। ਇਸ ਕਰਕੇ ਇੱਥੇ ਪਹਿਲਾਂ ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਹਨ, ਕਿਉਂਕਿ ਸਾਰੀ ਬਾਣੀ ਵਿੱਚ ਵੀ ਉਪਦੇਸ਼ ਨਾ ਮਨ ਨੂੰ ਹੀ ਦਿੱਤਾ ਹੈ। ਕਹੈ ਨਾਨਕ ਸੁਣ ਰੇ ਮਨਾ, ਰੇ ਮਨਾ, ਰੇ ਮਨਾ, ਐਸੇ ਬਚਨ ਉਚਾਰਨ ਕੀਤੇ ਆ। ਤਨਾਂ ਦੇ ਬਾਰੇ ਥੋੜਾ ਕਿਹਾ, ਮਨ ਬਾਰੇ ਕਿਹਾ। ਇਸ ਕਰਕੇ ਫਰਮਾਉਂਦੇ ਆ ਰੇ ਮਨ ਚੰਚਲ ਤੂੰ ਸਦਾ। ਤੇ ਗ੍ਰੰਥਾਂ ਦੇ ਵਿੱਚ ਨਾ ਕੁਛ ਚੀਜ਼ਾਂ ਨੂੰ ਚੰਚਲ ਕਹਿ ਕੇ ਫਿਰ ਪ੍ਰਮਾਣ ਦਿੱਤਾ ਹੈ, ਇਸ ਤਰ੍ਹਾਂ ਮਨ ਚੰਚਲ ਹੈ। ਇੱਕ ਵਿਚਾਰਮਾਲਾ ਗ੍ਰੰਥ ਹੈ, ਉਹਦੇ ਵਿੱਚ ਕਿਹਾ ਕਿ ਚਲਦਲ ਪੱਤਰ ਪਤਾਕ ਪਟ, ਦਾਮਨ ਕੱਛਪ ਮਾਥ, ਭੂਤ ਦੀਪ ਦੀਪਕ ਸਿਖਾ, ਯੋਮਨ ਬਿਰਤ ਅਨਾਥ। ਇਹ ਕੁਝ ਚੀਜ਼ਾਂ ਚੰਚਲ ਗਈਆਂ। ਪਹਿਲਾ ਗਿਆ ਵੀ ਚਲਦਲ ਪੱਤਰ। ਚਲਦਲ ਦਾ ਅਰਥ ਹੁੰਦਾ ਹੈ ਪਿੱਪਲ, ਤੇ ਪੱਤਰ ਦਾ ਅਰਥ ਹੁੰਦਾ ਪੱਤਾ। ਜਿਵੇਂ ਪਿੱਪਲ ਦੇ ਦਰਖਤ ਦਾ ਪੱਤਾ, ਜਿਹੜਾ ਟੀਸੀ ਦਾ ਪੱਤਾ ਹੁੰਦਾ, ਬੜਾ ਚੰਚਲ ਹੁੰਦਾ, ਹਿਲਦਾ ਰਹਿੰਦਾ। ਕੁਝ ਪ੍ਰਮਾਣ ਦੇ ਕੇ ਦੱਸਿਆ ਵੀ ਮਨ ਕਿਵੇਂ ਚੰਚਲ ਹੈ। ਕਹਿੰਦੇ ਜਿਵੇਂ ਪਿੱਪਲ ਦਾ ਪੱਤਾ ਚੰਚਲ ਹੁੰਦਾ ਹੈ, ਚਲਦਲ ਪੱਤਰ। ਫਿਰ ਦੂਸਰਾ ਗਿਆ, ਕਹਿੰਦੇ ਪਤਾਕ ਪਤ ਪਟ,
ਪਤਾਕਾ ਨਾਮ ਹੁੰਦਾ ਝੰਡੇ ਦਾ, ਪਟ ਨਾਮ ਹੁੰਦਾ ਬਸਤਰ ਦਾ, ਨਿਸ਼ਾਨ ਸਾਹਿਬ ਦਾ ਫਰਲਾ ਉਹ ਵੀ ਚੰਚਲ ਹੈ, ਇੰਜ ਹਿਲਦਾ ਰਹਿੰਦਾ ਥੋੜਾ ਥੋੜਾ। ਇਸ ਤਰ੍ਹਾਂ ਮਨ ਚੰਚਲ ਹੈ। ਚਲਦਲ ਪੱਤਰ ਪਤਾਕ ਪਟ ਦਾਮਨ, ਦਾਮਨ ਦਾ ਅਰਥ ਹੁੰਦਾ ਬਿਜਲੀ, ਬਿਜਲੀ ਨੂੰ ਵੀ ਚੰਚਲ ਮੰਨਿਆ ਹੈ, ਕਦੀ ਕਿਵੇਂ ਲਿਸ਼ਕਦੀ ਆ, ਕਦੀ ਕਿਤੇ ਲਿਸ਼ਕਦੀ ਆ ਆਕਾਸ਼ ਦੇ ਵਿੱਚ। ਤੇ ਕੱਛਪ ਮਾਥ, ਚੌਥਾ ਚੰਚਲ ਗਿਆ ਕਹਿੰਦੇ ਕੱਛੂ ਦਾ ਮੱਥਾ, ਉਹ ਵੀ ਦੇਖ ਲਓ ਬੜਾ ਚੰਚਲ ਹੁੰਦਾ, ਕਹਿੰਦੇ ਕੱਛੂ ਦਾ ਮੱਥਾ ਵੀ ਬੜਾ ਚੰਚਲ ਹੈ। ਤੇ ਫਿਰ ਕਹਿੰਦੇ ਭੂਤ ਦੀਪ, ਇੱਕ ਨਾ ਪੁਰਾਣੇ ਸਮਿਆਂ 'ਚ ਪਿੰਡਾਂ ਦੇ ਵਿੱਚ ਨਾ ਇਸ ਤਰ੍ਹਾਂ ਕਹਿੰਦੇ ਸੀ, ਉੱਥੇ ਭੂਤ ਦੇਖਿਆ, ਭਾਈ ਸਾਹਿਬ ਨੂੰ ਪਤਾ ਹੋਣਾ, ਸਲੇਡੇ, ਉਹ ਕਦੀ ਕਿਤੇ ਅੱਗ ਉਹਨਾਂ ਦੀ ਲਿਸ਼ਕਣੀ, ਕਦੀ ਕਿਤੇ ਲਿਸ਼ਕਣੀ ਵੀ ਇੱਧਰ ਹੈ ਜੀ, ਇੱਧਰ ਅੱਗ ਮਚੀ ਹੈ। ਇਸ ਕਰਕੇ ਭੂਤ ਦੀਪ ਉਹ ਵੀ ਚੰਚਲ ਹੈ, ਭੂਤਾਂ ਦੀ ਅੱਗ ਜਿਹੜੀ। ਤੇ ਭੂਤ ਦੀਪ ਦੀਪਕ ਸਿਖਾ, ਤੇ ਦੀਵੇ ਦੀ ਜਿਹੜੀ ਸਿਖਾ ਕੀ ਅੱਗ ਹੈ, ਲੋਹ ਹੈ, ਉਹ ਵੀ ਚੰਚਲ ਹੈ। ਯੋ ਮਨ ਬਿਰਤ ਅਨਾਥ, ਅਨਾਥ ਕਵੀ ਜੀ ਕਹਿੰਦੇ ਮਨ ਵੀ ਇਸੇ ਤਰ੍ਹਾਂ ਸਾਧ ਸੰਗਤ ਜੀ ਬੜਾ ਚੰਚਲ ਹੈ। ਕੁਝ ਪ੍ਰਮਾਣ ਦੇ ਕੇ ਯਾਨੀ ਸਮਝਾਇਆ। ਤੇ ਮਨ ਦੇ ਸੰਬੰਧ ਵਿੱਚ ਤਾਂ ਐਡੇ ਬਚਨ ਉਚਾਰਨ ਕੀਤੇ ਆ ਗ੍ਰੰਥਾਂ ਦੇ ਵਿੱਚ। ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ, ਮਨ ਨਹੀਂ ਮਰਦਾ, ਮਨ ਜੀਤੈ ਜਗ ਜੀਤ। ਜੇ ਮਨ ਨੂੰ ਹੀ ਜਿੱਤ ਲਿਆ ਤੇ ਸੰਸਾਰ ਨੂੰ ਜਿੱਤ ਲਿਆ। ਬ੍ਰਹਮ ਗਿਆਨੀ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਸ਼ੇਅਰ ਉਚਾਰਨ ਕੀਤਾ ਕਿ ਮਨ ਚੰਚਲ ਹੈ, ਜੇ ਉਸ ਚੰਚਲ ਮਨ ਨੂੰ ਕਿਤੇ ਬੰਦਗੀ ਦੇ ਨਾਲ ਕਿਤੇ ਵਾਹਿਗੁਰੂ ਦੀ ਕਿਰਪਾ ਹੋ ਜੇ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ, ਗੁਰੂ ਦੀ ਕਿਰਪਾ ਹੋ ਜੇ, ਤੇ ਫਿਰ ਇਹ ਚੰਚਲ ਮਨ ਵਸ ਵਿੱਚ ਆ ਸਕਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਦੀਵਾਨ-ਏ ਗੋਇਆ ਗਜ਼ਲਾਂ ਦੇ ਸੰਗ੍ਰਹਿ ਵਿੱਚ ਇੱਕ ਸ਼ੇਅਰ ਉਚਾਰਨ ਕੀਤਾ ਕਿ ਕੀਸਤ ਗੋਇਆ ਕੋ ਮੁਰਾਦ ਦਿਲ ਨਾ ਯਾਫਤ, ਹਰ ਕਸੇ ਬਾ ਨਫਸੇ ਖੁਦ ਕਰਦਾ ਹੈ ਗਜ਼ਬ। ਇਹ ਸ਼ੇਅਰ ਉਚਾਰਨ ਕੀਤਾ ਵੀ ਕੀਸਤ ਗੋਇਆ, ਭਾਈ ਨੰਦ ਲਾਲ ਜੀ ਫਰਮਾਉਂਦੇ ਹੈ ਕੌਣ ਹੈ ਐਸਾ ਇਨਸਾਨ, ਕੀਸਤ ਗੋਇਆ ਕੋ ਮੁਰਾਦ ਦਿਲ ਨਾ ਯਾਫਤ, ਜਿਹਦੇ ਮਨ ਦੀ ਇੱਛਾ ਪੂਰੀ ਨਹੀਂ ਹੋਈ ਹੈ, ਉਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ। ਕਿਹਦੀਆਂ? ਬਸ਼ਰਤੇ ਉਹ ਫਰਮਾਉਂਦੇ ਹਨ ਕੀਸਤ ਗੋਇਆ ਕੋ ਮੁਰਾਦ ਦਿਲ ਨਾ ਯਾਫਤ, ਹਰ ਕਸੇ ਬਾ ਨਫਸੇ ਖੁਦ ਕਰਦਾ ਹੈ ਗਜ਼ਬ, ਜਿਨ੍ਹਾਂ ਨੇ ਆਪਣੇ ਨਫਸ ਨੂੰ ਨਾ, ਮਨ ਨੂੰ, ਚੰਚਲ ਮਨ ਨੂੰ ਗਜ਼ਬ ਕਰ ਲਿਆ ਹੈ, ਯਾਨੀ ਜਿੱਤ ਲਿਆ ਹੈ। ਉਸ ਦੀਆਂ ਸਾਰੀਆਂ ਮਨੋਕਾਮਨਾਵਾਂ, ਸਾਰੀਆਂ ਇੱਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਹੋ ਸਕਦੀਆਂ ਹਨ। ਇਸ ਕਰਕੇ ਨਾ ਮਨ ਬੜਾ ਚੰਚਲ ਹੈ। ਤਾਂ ਪਹਿਲੇ ਦੋਹਰੇ ਛੰਦ ਦੇ ਵਿੱਚ ਫਰਮਾਉਂਦੇ ਹਨ, ਇਹ ਮਨ ਚੰਚਲ ਤੂੰ ਸਦਾ, ਹੇ ਮਨਾ ਤੂੰ ਸਦਾ ਹੀ ਚੰਚਲ ਰਿਹਾ। ਤੇ ਮਨ ਨੂੰ ਗਦਾ ਵੀ ਕਿਹਾ ਗੁਰਬਾਣੀ 'ਚ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤੋ ਛੁਟੈ ਜੋ ਉੱਪਰ ਲਾਦਾ। ਤੂੰ ਗਧੇ ਦੀ ਨਿਆਈ ਹੈ। ਮਨ ਦੇ ਉੱਤੇ ਕੋਈ ਨਾ ਕੋਈ ਬੋਝ ਪਾ ਕੇ ਰੱਖਣਾ ਚਾਹੀਦਾ। ਤੇ ਫਿਰ ਮਨ ਨੂੰ ਅਸੀਂ ਗੁਰੂ ਸੰਗਤ ਦੁਆਰਾ, ਗੁਰੂ ਸ਼ਬਦ ਦੁਆਰਾ, ਸਤ ਸੰਗਤ ਦੁਆਰਾ, ਸੇਵਾ ਦੁਆਰਾ ਫਿਰ ਮਨ ਨੂੰ ਵਸ ਵਿੱਚ ਕਰ ਸਕਦੇ ਹਾਂ। ਨਹੀਂ ਤਾਂ ਮਨ ਕਿੱਥੇ ਬੈਠਾ ਹੁੰਦਾ, ਪਹੁੰਚਿਆ ਕਿੱਥੇ ਹੁੰਦਾ। ਤੁਸੀਂ ਉਹ ਵਾਰਤਾ ਸਾਰੀ ਸੁਣੀ ਹੈ ਸ੍ਰੀ ਸੁਲਤਾਨਪੁਰ ਲੋਧੀ ਦੀ। ਉਹ ਕਾਜੀ ਤੇ ਜਿਹੜਾ ਦੌਲਤ ਖਾਂ ਲੋਧੀ ਸੀ, ਧਿਆਨ ਕਿਤੇ ਹੋਰ ਸੀ, ਬੈਠੇ ਕਿਤੇ ਹੋਰ ਸੀ। ਹਾਜ਼ਰ ਗੈਰ ਹਾਜ਼ਰ, ਕਈ ਵਿੱਚ ਬੈਠੀ ਸੰਗਤ ਦੇ ਗੈਰ ਹਾਜ਼ਰ ਹੁੰਦੇ ਆ, ਕਈ ਦੂਰ ਬੈਠੇ ਹੀ ਹਾਜ਼ਰ ਹੁੰਦੇ ਆ। ਗੱਲ ਸਾਰੀ ਮਨ ਦੀ ਹੈ। ਇਸ ਕਰਕੇ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ। ਤੋਂ ਪਹਿਲਾਂ ਦੋਹਰੇ ਛੰਦ ਵਿੱਚ ਫਰਮਾਉਂਦੇ ਹਨ, ਰੇ ਮਨ ਚੰਚਲ ਤੂੰ ਸਦਾ, ਹੇ ਮਨਾ ਤੂੰ ਹਮੇਸ਼ਾ ਚੰਚਲ ਹੀ ਰਿਹਾ, ਚਲਾਏ ਮਾਨ ਰਿਹਾ, ਟਿਕਿਆ ਨਹੀਂ, ਭੱਜਦਾ ਦੌੜਦਾ ਹੀ ਰਿਹਾ, ਇਕਾਗਰਤਾ ਦੇ ਸਹਿਤ ਨਹੀਂ ਹੋਇਆ। ਇਸ ਕਰਕੇ ਤੂੰ ਚੰਚਲ ਰਿਹਾ ਹੈ ਮਨ। ਭਜਿਓ ਨਾ ਹਾਰ ਕੋ ਨਾਮ, ਮਨਾ ਤੈਨੇ ਹਰੀ ਦਾ ਨਾਮ, ਹਰੀ ਵਾਹਿਗੁਰੂ ਜੀ ਦਾ ਹਰੀ ਨਾਮ ਕੀ ਹੈ? ਹਰੀ ਦਾ ਅਰਥ ਹੈ ਵਾਹਿਗੁਰੂ। ਜਿਹੜੇ ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਕਰਕੇ ਜਿਸ ਵਾਹਿਗੁਰੂ ਦਾ ਨਾਮ ਕੀ ਹੈ? ਹਰੀ। ਜਾਂ ਸਾਡੇ ਪਾਪਾਂ ਨੂੰ ਹਰ ਕੀ ਨਾਸ਼ ਕਰਨ ਵਾਸਤੇ ਵਾਹਿਗੁਰੂ ਦਾ ਨਾਮ ਕੀ ਹੈ? ਹਰੀ। ਤੇ ਜਾਂ ਵਾਹਿਗੁਰੂ ਹਰੀ ਦਾ ਅਰਥ ਹੈ ਜਿਹੜੇ ਹਰ ਥਾਂ ਤੇ ਮੌਜੂਦ ਹਨ, ਜਿਸ ਕਰਕੇ ਵਾਹਿਗੁਰੂ ਦਾ ਨਾਮ ਕੀ ਹੈ? ਹਰੀ। ਹਰੀ ਦੇ ਬਹੁਤ ਅਰਥ ਹੈ। ਇਸ ਕਰਕੇ ਹਰੀ ਦਾ ਅਰਥ ਹੈ ਵਾਹਿਗੁਰੂ। ਭਜਿਓ ਨਾ ਹਰ ਕੋ ਨਾਮ, ਇਹ ਮਨਾ ਤੂੰ ਹਰੀ ਦੇ ਨਾਮ ਦਾ ਭਜਨ ਨਹੀਂ ਕੀਤਾ, ਤੈਨੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਸੰਸਾਰ ਵਿੱਚ ਆ ਕਰਕੇ ਰਹਿਓ ਵਿਸ਼ੇ ਲਪਟੰਤ ਹੀ, ਅਤੇ ਕੀ ਕਰਦਾ ਰਿਹਾ ਤੂੰ ਸੰਸਾਰ ਵਿੱਚ? ਰਹਿਓ ਵਿਸ਼ੇ, ਵਿਸ਼ੇ ਕਿਹੜੇ ਹੁੰਦੇ ਹਨ? 5 ਵਿਸ਼ੇ ਹਨ, 5 ਵਿਸ਼ੇ ਹਨ ਤੇ 5 ਵਿਕਾਰ ਹਨ। ਵਿਸ਼ੇ ਹਨ ਸ਼ਬਦ, ਸਪਰਸ਼, ਰੂਪ, ਰਸ, ਗੰਧ। ਵਿਸ਼ੇ ਵਿਕਾਰ ਦੋਵੇਂ ਅਰਥ ਲੈ ਲੈਣੇ ਆ।
ਜਿੱਥੇ ਇੱਕ ਆਏਗਾ ਨਾ ਵਿਸ਼ੇ ਵਿਕਾਰ ਵੀ ਨਾਲ ਹੀ ਅਰਥ ਕਰ ਲੈਣਾ। ਤੇ ਕਹਿੰਦੇ ਤੁਸੀਂ ਤੂੰ ਮਨਾ ਰਹਿਓ ਵਿਸ਼ੇ ਲਪਟੰਤ ਹੀ, ਤੂੰ ਵਿਸ਼ੇ ਵਿਕਾਰਾਂ ਦੇ ਵਿੱਚ ਲਪਟਿਆ ਹੀ ਰਿਹਾ, ਮਿਲਿਆ ਹੀ ਰਿਹਾ, ਤਦਾਕਾਰ ਹੀ ਰਿਹਾ, ਵਿਸ਼ਿਆਂ ਵਿੱਚ ਹੀ ਤੈਨੇ ਆਪਣਾ ਜਿਹੜਾ ਸਮਾਂ ਹੈ ਉਹ ਬਤੀਤ ਕਰ ਦਿੱਤਾ। ਜੈ ਹੈ ਜਮ ਕੀ ਧਾਮ, ਹੁਣ ਨਾਮ ਤੇ ਤੂੰ ਜਪਿਆ ਨਹੀਂ, ਹੁਣ ਤੂੰ ਅਵਸ਼ ਜ਼ਰੂਰ ਬਰ ਜ਼ਰੂਰ ਜੈ ਹੈ ਜਮ ਕੇ ਧਾਮ, ਜਮਾਂ ਦੇ ਘਰ ਦੇ ਵਿੱਚ ਤੂੰ ਜ਼ਰੂਰ ਬਰ ਜ਼ਰੂਰ ਜਾਏਗਾ। ਯਾਨੀ ਜਮਾਂ ਦੇ ਘਰ ਕਿੱਧਰ ਜਾਏਗਾ? ਨਰਕਾਂ ਵਿੱਚ ਜਾਏਗਾ, ਕੁੰਭੀ ਨਰਕਾਂ 'ਚ ਡਿੱਗੇਗਾ। ਜਿੱਥੇ ਜਿਵੇਂ ਕਿਹਾ ਨਾ, ਇੱਕ ਪੁਰਖ ਦਾ ਅਰਥ ਕਰਦੀਆਂ ਪੂਨਾਮਾ ਨਰਕ, ਜਿਹਦੇ ਵਿੱਚ ਲਹੂ ਹੈ ਅਤੇ ਮਿੱਝ ਹੈ, ਐਸਾ ਮਤਲਬ ਗਲਤ ਜਾਂ ਥਾਂ ਹੈ, ਉੱਥੇ ਜਾ ਕੇ ਤੂੰ ਡਿੱਗੇਗਾ, ਨਰਕਾਂ ਦੇ ਘਰ ਦੇ ਵਿੱਚ ਜਾਏਗਾ। ਤੋਂ ਪਹਿਲੇ ਦੋਹਰੇ ਛੰਦ ਦੇ ਵਿੱਚ ਇਹ ਫਰਮਾਉਂਦੇ ਹਨ, ਮਨਾ ਤੂੰ ਚੰਚਲ ਰਿਹਾ, ਕਿਤੇ ਨਾਮ ਜਪਦਾ ਤੇ ਟਿਕਾ ਦੇ ਵਿੱਚ ਆ ਜਾਂਦਾ। ਚੰਚਲ ਕਿਉਂ ਸੀ ਮਨ? ਮਹਾਰਾਜ ਨੇ ਇੱਕ ਥਾਂ ਤੇ ਵੀ ਬਚਨ ਉਚਾਰਨ ਕੀਤੇ ਨੇ, ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹਿ। ਕਿਉਂ ਨਹੀਂ ਰਹਿੰਦਾ? ਰੱਬ ਨਾਲ ਕਿਉਂ ਨਹੀਂ ਟਿਕਾ ਦੇ ਵਿੱਚ ਨਾਮ ਜਪਿਆ, ਟਿਕਾ ਦੇ ਵਿੱਚ ਜਾਂਦਾ? ਕਿਉਂਕਿ ਲੋਭੀ, ਕਪਟੀ, ਪਾਪੀ, ਪਾਖੰਡੀ, ਮਾਇਆ ਅਧਿਕ ਲੱਗਾ। ਇਹ ਲੋਭੀ ਹੈ, ਇਹ ਕਪਟੀ ਹੈ, ਪਾਪੀ ਹੈ, ਮਾਇਆ ਦੇ ਵਿੱਚ ਧਿਆਨ ਲੱਗਿਆ ਹੋਇਆ, ਤੇ ਟਿਕਾ ਕਿਵੇਂ ਬਣੇ? ਨੌਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਵੀ ਇੱਕ ਵਚਨ ਹੈ ਕਿ ਸਾਧੂ ਇਹੋ ਮਨ ਗਹਿਓ ਨਾ ਜਾਈ, ਕਿ ਐ ਸੰਤ ਪੁਰਸ਼ੋ ਸਾਧੂ ਮਹਾਤਮਾਵੋ ਵੀ ਇਹ ਮਨ ਪਕੜਿਆ ਨਹੀਂ ਜਾਂਦਾ, ਕਿਉਂਕਿ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਕਿਉਂਕਿ ਇਹ ਤ੍ਰਿਸ਼ਨਾ ਦੇ ਚੰਚਲ ਮਨ ਹੈ ਤੇ ਲਾਲਚੀ ਹੈਗਾ, ਪਦਾਰਥਾਂ ਦੀ ਤ੍ਰਿਸ਼ਨਾ 'ਚ ਪਿਆ ਹੋਇਆ, ਜਾਂ ਤੇ ਥਿਰ ਨਾ ਰਹਾਈ, ਇਸ ਕਰਕੇ ਇਹ ਟਿਕਦਾ ਨਹੀਂ ਹੈ। ਇਸ ਕਰਕੇ ਫਰਮਾਉਂਦੇ ਆ ਕਿ ਤੁਸੀਂ ਭਜਨ ਕਰੋ, ਸਿਮਰਨ ਕਰੋ, ਸਤ ਸੰਗਤ ਵਿੱਚ ਬੈਠੋ, ਤੁਹਾਡਾ ਮਨ ਜਿਹੜਾ ਚੰਚਲ ਹੈ ਨਾ, ਮਨ ਵਸ ਆਵੈ ਨਾਨਕਾ, ਪੂਰਨ ਕਿਰਪਾ ਹੋਏ, ਪੂਰਨ ਗੁਰਾਂ ਦੀ ਕਿਰਪਾ ਹੋ ਜਾਏਗੀ ਤੇ ਮਨ ਵਸ ਵਿੱਚ ਆਏਗਾ। ਮਨ ਨੂੰ ਟਿਕਾਉਣ ਦਾ ਕੁਝ ਨਾ ਕੁਝ ਯਤਨ ਕਰੋ। ਜੇ ਵਿਸ਼ਿਆਂ ਵਿਕਾਰਿਆਂ ਦੇ ਵਿੱਚ ਤਦਾਕਾਰ ਰਹੇ, ਸਿੱਧੇ ਜਮਾਂ ਦੇ ਘਰਾਂ ਨੂੰ ਜਾਓਗੇ, ਨਰਕਾਂ ਵਿੱਚ ਜਾਓਗੇ। ਸਵੈਯਾ ਤਨ ਈਸ ਦਇਓ ਜਗ ਭੀਤਰ ਜੋ, ਹਾਂਜੀ ਪੜ੍ਹ ਦੋ। ਬਿਨ ਬੁੱਧ ਗਏ ਨਾ ਕਛੂ ਫਲ ਪਾਈ। ਹੁਣ ਅਗਲਾ ਜਿਹੜਾ ਸਵਈਆ ਨਾ, ਇਸ ਦੇ ਵਿੱਚ ਪੰਡਿਤ ਗੁਲਾਬ ਸਿੰਘ ਜੀ ਸਮਝਾਉਂਦੇ ਹਨ ਕਿ ਵਾਹਿਗੁਰੂ ਨੇ ਕਈਆਂ ਨੂੰ ਧਨ ਦੌਲਤ ਬਖਸ਼ਿਸ਼ ਕੀਤਾ ਹੈ, ਮਾਇਆ ਦਿੱਤੀ ਹੈ, ਪੈਸਾ ਦਿੱਤਾ ਹੈ, ਪਰ ਜੇ ਉਹਨਾਂ ਦੇ ਕੋਲ ਬੁੱਧੀ ਨਹੀਂ ਨਾ, ਫਿਰ ਉਹ ਧਨ ਦੀ ਸਹੀ ਵਰਤੋਂ ਨਹੀਂ ਕਰ ਸਕਦੇ ਹਨ। ਕਿਉਂਕਿ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਵੀ ਮਾਤਾ ਤਿੰਨ ਤਰ੍ਹਾਂ ਦੇ ਇਨਸਾਨਾਂ ਨੂੰ ਪੈਦਾ ਕਰੀ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀ ਤਾਂ ਜਨਨੀ ਬਾਝ ਰਹਿ, ਕਾਹੇ ਗਵਾਵੈ ਨੂਰ। ਮਾਤਾ ਕਹਿੰਦੇ ਜਨਨੀ ਜਨੈ ਤਾਂ ਭਗਤ ਜਨ, ਜਾਂ ਤਾਂ ਭਗਤ ਪੈਦਾ ਕਰੇ, ਕਹਿ ਦਾਤਾ ਜਾਂ ਦਾਨੀ ਪੈਦਾ ਕਰੇ, ਜਿਹਦੇ ਕੋਲ ਪੈਸਾ ਹੈ ਤਾਂ ਉਹ ਦਾਨ ਕਰੇ, ਕਹਿ ਸੂਰ ਜਾਂ ਸੂਰਮਾ ਪੈਦਾ ਕਰੇ, ਨਾਹੀ ਤਾਂ ਜਨਨੀ ਬਾਝ ਰਹਿ, ਕਾਹੇ ਗਵਾਵੈ ਨੂਰ। ਨਹੀਂ ਤਾਂ ਮਾਤਾ ਨੂੰ ਬਾਝ ਹੀ ਰਹਿਣਾ ਚਾਹੀਦਾ ਸੀ, ਬੱਚੇ ਨੂੰ ਪੈਦਾ ਹੀ ਨਾ ਕਰਦੀ, ਕਿਉਂ ਆਪਣਾ ਸੁਹੱਪਨ ਗਵਾਉਣਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨਾ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਇੱਕ ਬਚਨ ਕਿਹਾ ਹੈ। ਮਹਾਰਾਜ ਕਹਿੰਦੇ ਕਬਹੂ ਰਣ ਜੁਝਿਓ ਨਹੀਂ, ਕਦੇ ਤਾਂ ਜੰਗ ਜੁੱਧ ਦੇ ਮੈਦਾਨ ਵਿੱਚ ਸ਼ਹੀਦੀ ਵੀ ਨਹੀਂ ਪ੍ਰਾਪਤ ਕੀਤੀ, ਯਾਨੀ ਸੂਰਮਾ ਨਹੀਂ ਹੈ। ਕਛ ਦੈ ਜਸ ਨਹਿ ਲੀਨ, ਕੁਛ ਦਾਨ ਪੁੰਨ ਕਰਕੇ, ਲੋੜਵੰਦਾਂ ਦੀ ਮਦਦ ਕਰਕੇ ਕੋਈ ਜਸ ਵੀ ਨਹੀਂ ਲਿਆ ਹੈ। ਗਾਵ ਬਸਤ ਜਾਣਿਓ ਨਹੀਂ, ਇਹ ਪਿੰਡ ਦੇ ਵਿੱਚ ਰਹਿੰਦਾ ਹੈ, ਸਰੀਰ ਰੂਪੀ ਪਿੰਡ ਦੇ ਵਿੱਚ, ਇਹਦੇ ਵਿੱਚ ਰੱਬ ਨੂੰ ਨਹੀਂ ਜਾਣਿਆ। ਜਮ ਸਿਉ ਕਿਨ ਕਹਿ ਦੀਨ, ਜਮ ਦੂਤ ਨੂੰ ਕਿਸੇ ਨੇ ਕਹਿ ਦਿੱਤਾ ਨਾ ਇਹ ਭਗਤ ਹੈ, ਨਾ ਇਹ ਦਾਨੀ ਹੈ, ਨਾ ਇਹ ਸੂਰਮਾ ਹੈ, ਇਹਨੂੰ ਫੜ ਲੈ। ਮਤਲਬ ਕਹਿਣ ਦਾ ਇਹ ਹੈ ਵੀ ਤਿੰਨ ਤਰ੍ਹਾਂ ਦੇ ਇਨਸਾਨ ਜਿਹੜੇ ਸੰਸਾਰ ਵਿੱਚ ਆ ਕੇ ਭਗਤੀ, ਭਗਤ, ਦਾਨੀ ਤੇ ਸੂਰਮੇ, ਇਹ ਲੋਕ ਪਰਲੋਕ ਵਿੱਚ ਇਹਨਾਂ ਦਾ ਮਾਨ ਸਤਿਕਾਰ ਹੁੰਦਾ ਹੈ। ਤਾਂ ਇੱਥੇ ਧਨ ਦੀ ਗੱਲ ਕਰਦੇ ਹਾਂ ਵੀ ਵਾਹਿਗੁਰੂ ਨੇ ਪੂਰਬਲੇ ਕਰਮਾਂ ਅਨੁਸਾਰ ਚੰਗੇ ਭਾਗ ਸੀ, ਚੰਗੇ ਕਰਮ ਕੀਤੇ, ਮਾਇਆ ਦੇ ਦਿੱਤੀ, ਪੈਸਾ ਦੇ ਦਿੱਤਾ। ਧਨ ਈਸ ਦਇਓ ਜਗ ਭੀਤਰ ਜੋ, ਜੋ ਵਾਹਿਗੁਰੂ ਨੇ ਈਸ ਨਾਮ ਹੁੰਦਾ ਈਸ਼ਵਰ ਦਾ, ਵਾਹਿਗੁਰੂ ਨੇ ਦਇਓ ਦਿੱਤਾ ਹੈ। ਜਗ ਦਾ ਅਰਥ ਹੁੰਦਾ ਸੰਸਾਰ, ਜਨਮਣਾ ਤੇ ਗਮਨ ਮਰਨਾ। ਸੰਸਾਰ ਦੇ ਵਿੱਚ ਜਿਹੜਾ ਵਾਹਿਗੁਰੂ ਨੇ ਕੁਝ ਇਨਸਾਨਾਂ ਨੂੰ
ਜਿਹੜਾ ਧਨ ਦਿੱਤਾ ਹੈ, ਮਾਇਆ ਦਿੱਤੀ ਹੈ, ਪਦਾਰਥ ਦਿੱਤੇ ਨੇ, ਐਸ਼ੋ ਇਸ਼ਰਤ ਦੇ ਸਾਧਨ ਦਿੱਤੇ ਹਨ। ਅਗਲੇ ਬਿਨ ਬੁੱਧ ਗਏ, ਬਿਨ ਬੁੱਧ ਗਏ ਨਾ ਕਛੂ ਫਲ ਪਾਏ। ਪਰ ਹੁਣ ਮਾਇਆ ਤਾਂ ਦੇ ਦਿੱਤੀ, ਪਰ ਸੂਮਹਿ ਧਨ ਰਾਖਣ ਕੋ ਦੀਆ। ਕੰਜੂਸ ਬੰਦੇ ਨੂੰ ਮਾਇਆ ਰੱਖਣ ਵਾਸਤੇ ਦਿੱਤੀ ਸੀ। ਬੂਧ ਕਹੇ ਧਨ ਮੇਰਾ। ਮਹਾਰਾਜ ਕਹਿੰਦੇ ਮੂਰਖ ਬੰਦਾ ਕਹਿੰਦਾ ਮੇਰਾ ਹੈ, ਪਰ ਜਮ ਕਾ ਡੰਡ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ। ਕਈ ਐਸੇ ਕੰਜੂਸ ਬੰਦੇ ਹੁੰਦੇ ਆ, ਉਹ ਕਹਿੰਦੇ ਕਿ ਚਮੜੀ ਤਾਂ ਲੱਥ ਜੇਗੀ ਪਰ ਦਮੜੀ ਨਹੀਂ ਦੇਂਗੇ, ਦਾਨ ਨਹੀਂ ਦੇਵਾਂਗੇ ਅਸੀਂ। ਪਰ ਦਾਨੀ ਵੀ ਹੋਣਾ ਚਾਹੀਦਾ। ਇਸ ਕਰਕੇ ਫਰਮਾਉਂਦੇ ਹਨ ਕਿ ਬਿਨ ਬੁੱਧ ਗਏ, ਬਿਨਾ ਬੁੱਧੀ ਤੋਂ ਖਾਲੀ ਹੱਥ ਚਲੇ ਗਏ। ਜੇ ਬੁੱਧੀ ਹੁੰਦੀ, ਕੋਈ ਮਹਾਰਾਜ ਵੱਲੋਂ ਗੁਰੂ ਸਾਹਿਬ ਵੱਲੋਂ ਕਿਰਪਾ ਹੁੰਦੀ, ਤੇ ਬੁੱਧੀ ਦੇ ਵਿੱਚ ਵਾਹਿਗੁਰੂ ਦੇ ਦਿੰਦੇ ਵੀ ਤੂੰ ਮਾਇਆ ਵੀ ਇਹ ਨਾਲ ਲੈ ਜਾ ਸਕਦਾ। ਜੇ ਕਰੋੜਾਂ ਰੁਪਏ ਨਾਲ ਲੈ ਕੇ ਜਾਣੇ ਤੇ ਲਿਜਾ ਸਕਦੀਆਂ। ਮਹਾਂਪੁਰਸ਼ ਦੱਸਦੇ ਆ ਵੀ ਜੇ ਕਰੋੜਾਂ ਲੈ ਕੇ ਜਾਣੇ ਨਾ, ਤਾਂ ਗਰੀਬਾਂ ਦੇ ਵਿੱਚ, ਮਜ਼ਲੂਮਾਂ ਦੇ ਵਿੱਚ, ਲੋੜਵੰਦਾਂ ਵਿੱਚ ਦਾਨ ਪੁੰਨ ਕਰੋ, ਲੰਗਰ ਲਾਓ, ਪਰਉਪਕਾਰ ਕਰੋ। ਇਸ ਤਰ੍ਹਾਂ ਲੱਖਾਂ ਰੁਪਏ ਲੈ ਜਾਓ ਨਾਲ, ਉਂਝ ਇੱਕ ਪੰਜੀ ਨਹੀਂ ਜਾਣੀ। ਤੋ ਸਮਝਾਉਂਦੇ ਹਨ ਬਿਨ ਬੁੱਧ ਗਏ, ਬਿਨਾ ਬੁੱਧੀ ਤੋਂ ਇਕੱਠੇ ਕਰੀ ਗਏ। ਸਾਮਾਨ ਬਰਸੋਂ ਕਾ ਪਲ ਕੀ ਖਬਰ ਨਹੀਂ। ਸਮਾਨ ਤਾਂ ਸਾਲਾਂ ਬੱਧੀ ਇਕੱਠਾ ਕੀਤਾ, ਪਰ ਇੱਕ ਸਕਿੰਟ ਦਾ ਪਤਾ ਨਹੀਂ ਸੀ। ਮਾਇਆ ਇਕੱਠੀ ਕਰੀ ਗਏ। ਬਿਨ ਬੁੱਧ ਗਏ, ਬਿਨਾ ਬੁੱਧੀ ਤੋਂ ਨਾ ਸਰੀਰ ਛੱਡ ਕੇ ਇੱਥੋਂ ਸੰਸਾਰ ਚੋਂ ਚਲੇ ਗਏ। ਨਾ ਕਛੂ ਫਲ ਪਾਏ, ਉਹਨਾਂ ਨੂੰ ਕੋਈ ਫਲ ਨਫਾ ਪ੍ਰਾਪਤ ਹੀ ਨਹੀਂ ਹੋਇਆ। ਕਿਉਂਕਿ ਖਸਮ ਮਰੈ ਤੋਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਜਿਹੜਾ ਪਤੀ ਸੀ ਉਹ ਚੜ੍ਹਾਈ ਕਰ ਗਿਆ, ਮਾਇਆ ਤਾਂ ਰੋਈ ਨਹੀਂ, ਕਿਉਂਕਿ ਉਹਨਾਂ ਨੂੰ ਹੋਰਾਂ ਨੇ ਪਕੜ ਲਿਆ। ਉਹਨੇ ਸਾਰੀ ਜ਼ਿੰਦਗੀ ਮਾਇਆ ਵਾਲੇ ਪਾਸੇ ਲਾ ਦਿੱਤੀ। ਜੇ ਮਾਇਆ ਇਕੱਠੀ ਕਰਨੀ ਸੀ ਤਾਂ ਦਾਨ ਪੁੰਨ ਵੀ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਮਾਇਆ ਚਲੇ ਜਾਣੀ ਸੀ ਨਾਲ। ਕਿੰਨਾ ਟਾਈਮ ਖਰਾਬ ਕੀਤਾ, ਨਾਮ ਵੀ ਨਹੀਂ ਜਪਿਆ ਤੇ ਪੈਸੇ ਇਕੱਠੀ ਕਰੀ ਗਿਆ। ਧਨ ਈਸ ਦਿਓ ਜਗ ਭੀਤਰ ਜੋ ਵਾਹਿਗੁਰੂ ਨੇ ਧਨ ਦਿੱਤਾ ਨਾ, ਈਸ਼ਵਰ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ, ਬਿਨ ਬੁੱਧ ਗਏ। ਪੰਡਿਤ ਗੁਲਾਬ ਜੀ ਕਵੀ ਜੀ ਫਰਮਾਉਂਦੇ ਹਨ, ਪੰਡਿਤ ਗੁਲਾਬ ਸਿੰਘ ਜੀ, ਬਿਨ ਬੁੱਧ ਗਏ, ਬਿਨਾ ਬੁੱਧੀ ਤੋਂ ਖਾਲੀ ਹੱਥ ਚਲੇ ਗਏ। ਨਾ ਕਛੂ ਫਲ ਪਾਏ, ਉਹਨਾਂ ਨੇ ਕੁਝ ਫਲ ਨਫਾ ਲਾਭ ਜਿਹੜਾ ਪ੍ਰਾਪਤ ਨਹੀਂ ਕੀਤਾ। ਸੁਭ ਸੰਤਨ ਕੀ ਨਹਿ ਸੇਵ ਕਰੀ। ਧਨ ਦੇ ਨਾਲ ਕੀ ਕਰਨਾ ਸੀ? ਸੁਭ ਸੰਤਨ ਕੀ ਨਹਿ ਸੇਵ ਕਰੀ। ਸ੍ਰੇਸ਼ਟ ਜਿਹੜੇ ਸੰਤ ਲੋਕ ਸੀ ਨਾ, ਨਾਮ ਜਪਣ ਵਾਲੇ, ਉਹਨਾਂ ਦੀ ਸੇਵ ਨਹੀਂ ਕੀਤੀ, ਉਹਨਾਂ ਦੀ ਸੇਵਾ ਨਹੀਂ ਕੀਤੀ। ਜਿਹੜੇ ਸਾਧੂ ਸੀ ਉਹ ਭਜਨ ਤੇ ਲੱਗੇ ਹੋਏ ਸੀ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਸੀ। ਕਿਉਂਕਿ ਸੰਤ ਧਰਤੀ ਦਾ ਆਸਰਾ ਹਨ। ਜਦੋਂ ਤੱਕ ਨਾਮ ਜਪਦੇ ਆ ਧਰਤੀ ਟਿਕੀ ਰਹਿੰਦੀ ਹੈ। ਤੇ ਸੰਤ ਕੌਣ ਹੈ? ਮਹਾਰਾਜ ਨੇ ਬਾਣੀ ਦੇ ਵਿੱਚ ਦੱਸਿਆ ਕਿ ਜਿਨ੍ਹਾਂ ਸਾਸ ਕਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਦੋ ਸ਼ਬਦ ਵਿਸ਼ੇਸ਼ ਕਰਕੇ ਸੰਤਾਂ ਦੀ ਮਹਿਮਾ ਵਿੱਚ ਉਚਾਰਨ ਕੀਤੇ ਹੈ, ਜਿਹਦੇ ਵਿੱਚ ਸੰਤਾਂ ਦੇ ਲੱਛਣ ਦੱਸੇ ਹੋਏ ਹੈ। ਇੱਕ ਤਾਂ ਸਹਿਸਕ੍ਰਿਤੀ ਦੇ ਵਿੱਚ ਹੈ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਇਹਦੇ ਵਿੱਚ ਸਾਰੇ ਸ਼ਲੋਕ ਦੇ ਵਿੱਚ ਨਾ ਖਟ ਲਖਨ ਪੂਰਨੰ ਪੁਰਖ ਹੈ, ਨਾਨਕ ਨਾਮ ਸਾਧ ਸਵੱਜਨ ਹੈ, ਇਹ ਸ਼ਬਦ ਉਚਾਰਨ ਕੀਤਾ। 6 ਨਿਸ਼ਾਨੀਆਂ ਸਾਧੂਆਂ ਦੀਆਂ ਹਨ। ਦੂਸਰਾ ਇੱਕ ਸ਼ਬਦ ਹੋਰ ਉਚਾਰਨ ਕੀਤਾ ਹੈ ਕਿ ਸੰਤ ਰਹਿਤ ਸੁਨੋ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨ ਜਾਈ, ਵਰਤਨ ਜਾ ਕੇ ਕੇਵਲ ਨਾਮ, ਅਨੰਦ ਮੰਗਲ ਕੀਰਤਨ ਵਿਸਰਾਮ। ਇਸ ਸ਼ਬਦ ਦੇ ਵਿੱਚ ਵੀ ਸਾਧੂਆਂ ਦੀਆਂ ਨਿਸ਼ਾਨੀਆਂ ਕਥਨ ਕੀਤੀਆਂ ਹਨ। ਤੋ ਸਿੱਧਾ ਹੀ ਹੈ ਵੀ ਜਿਹੜਾ ਨਾਮ ਜਪਦਾ ਹੈ ਉਹ ਸੰਤ ਹੈ। ਇਸ ਕਰਕੇ ਸੁਭ ਸੰਤਨ ਕੀ ਨਹਿ ਸੇਵ ਕਰੀ। ਮਾਇਆ ਤਾਂ ਮਿਲ ਗਈ, ਪਰ ਮਾਇਆ ਦੇ ਨਾਲ ਧਨ ਵੀ ਬੇਸ਼ ਕੀਮਤਾ, ਬਹੁਤ ਜ਼ਿਆਦੀ ਦੌਲਤ ਸੀ, ਬਹੁਤ ਪਦਾਰਥ ਹੈ ਸਨ, ਪਰ ਸੁਭ ਸੰਤਨ ਕੀ ਨਹਿ ਸੇਵ ਕਰੀ। ਸ੍ਰੇਸ਼ਟ ਸਾਧੂਆਂ ਦੀ, ਕਮਾਈ ਵਾਲਿਆਂ ਦੀ ਸੇਵਾ ਵੀ ਨਹੀਂ ਕੀਤੀ। ਮਾਇਆ ਦੁਆਰਾ ਉਹਨਾਂ ਦੇ ਪਦਾਰਥ, ਬਸਤਰ ਜਾਂ ਕਿਸੇ ਪ੍ਰਕਾਰ ਦੀ ਵੀ ਸੇਵਾ ਨਹੀਂ ਕੀਤੀ। ਔਰ ਵਿਪਰਨ ਤੇ ਨਹਿ ਜਗ ਕਰਾਈ। ਅਤੇ ਫਿਰ ਉਹ ਧਨ ਦੇ ਨਾਲ ਨਾ ਜਿਹੜੇ ਬ੍ਰਾਹਮਣ ਸੀ, ਇੱਥੇ ਵਿਪਰਨ ਲਿਖਿਆ ਹੈ, ਬ੍ਰਾਹਮਣ ਤੋਂ ਯੱਗ ਨਹਿ ਯੱਗ ਕਰਾਏ, ਯੱਗ ਨਹੀਂ ਕਰਵਾਏ। ਇਹਦਾ ਅਰਥ ਅਸਲ ਵਿੱਚ ਇਹ ਹੈ ਵੀ ਜਿਹੜੇ ਗੁਰਸਿੱਖ ਸਨ, ਉਹਨਾਂ ਤੋਂ ਜਿਹੜੇ ਯੱਗ, ਪੂਜਾ ਪਾਠ, ਸਹਿਜ ਪਾਠ, ਖੰਡ ਪਾਠ, ਗੁਰੂ ਕੇ ਲੰਗਰ, ਇਹ ਨਹੀਂ ਕਰਾਏ, ਇਹ ਨਹੀਂ ਚਲਾਏ। ਕੋਈ ਦਾਨ ਪੁੰਨ ਕੀਤਾ ਹੀ ਨਹੀਂ, ਲੰਗਰ ਹੀ ਨਹੀਂ ਲਾਏ, ਮਾਇਆ ਇਕੱਠੀ ਕਰੀ ਗਏ। ਤੇ ਇਸ ਤਰ੍ਹਾਂ ਸੁਭ ਸੰਤਨ ਕੀ ਨਹਿ ਸੇਵ ਕਰੀ, ਅਰ ਵਿਪਰਨ ਤੇ ਨਹਿ ਯੱਗ ਕਰਾਏ, ਅਤੇ ਕੋਈ ਲੰਗਰ ਆਦਿਕ ਵੀ ਨਹੀਂ ਲਾਉਣਾ ਕੀਤੇ। ਨਹਿ ਕੂਪ ਖਨੇ ਜਲ ਹੇਤ ਕਭੀ। ਅਤੇ ਫਿਰ
ਉਸ ਮਾਇਆ ਦੇ ਨਾਲ ਕੋਈ ਪਰਪਕਾਰ ਕਰਦੇ। ਨਹਿ ਕੂਪ ਖਨੇ, ਨਹਿ ਨਹੀਂ ਕੂਪ ਦਾ ਅਰਥ ਹੁੰਦਾ ਖੂਹ, ਖਨੇ ਕੀ ਪੁੱਟੇ, यानी खूह आदक भी पुटना नहीं कीते, खूह आदक भी नहीं लाउना कीते। जल हेत कभी, जल की पानी हेत का अर्थ हुंदा वास्ते, कभी कदी, क्योंकि राहगीर मुसाफर उन्हां वास्ते पानी की व्यवस्था भी नहीं की, कोई नलके आदक भी नहीं लाए, कोई खूह आदक भी नहीं लाए, कोई मोटर आदक भी नहीं लाइया भी चलो कोई पानी पी लवे, क्योंकि पानी पिता जगत का, पानी तो बगैर तो साडा गुजारा हो नहीं ना सकता। ये भी एक परोपकार है। तो इस करके नह कूप खने जल हेत कभी, खूह भी नहीं पुटना कीते, पानी वास्ते राहगीरां मुसाफरां दी मदद वास्ते, उन्हां दी प्यास नूं बुझाउण वास्ते। ਧਰ ਭੀਤਰ ਨਾ ਜਲ ਤਾਲ ਬਣਾਈ, ਧਰਤੀ ਦੇ ਅੰਦਰ, ਧਰ ਭੀਤਰ ਧਰਤੀ ਦੇ ਵਿੱਚ ਨਾ ਜਲ ਤਾਲ ਬਣਾਏ। ਜਲ ਪਾਣੀ ਦੇ ਜਿਹੜੇ ਤਾਲ ਤਲਾਅ ਸੀ ਉਹ ਵੀ ਨਹੀਂ ਬਣਾਏ, ਕਿਉਂਕਿ ਜੇ ਤਲਾਅ ਬਣੇ ਹੁੰਦੇ ਤੇ ਫਿਰ ਉੱਥੇ ਪਸ਼ੂ ਪੰਛੀ ਆ ਕੇ ਆਪਣੀ ਗਰਮੀ ਨੂੰ ਵੀ ਦੂਰ ਕਰ ਸਕਦੇ ਆ। ਇਸ਼ਨਾਨ ਕਰਕੇ ਇਨਸਾਨ ਵੀ ਕਰ ਲੈਂਦੇ ਆ ਤਲਾਵਾਂ ਦੇ ਵਿੱਚ, ਸਰੋਵਰਾਂ ਦੇ ਵਿੱਚ ਇਸ਼ਨਾਨ। ਤੇ ਮਤਲਬ ਉਧਰ ਪੈਸਾ ਨਹੀਂ ਲਾਇਆ, ਇਕੱਠਾ ਕਰੀ ਗਿਆ। ਬੁੱਧੀ ਨਹੀਂ ਸੀ, ਸਮਝ ਨਹੀਂ ਸੀ, ਨਹੀਂ ਤਾਂ ਲੱਖਾਂ ਰੁਪਏ ਕਰੋੜਾਂ ਰੁਪਏ ਨਾਲ ਲੈ ਜਾਂਦੇ। ਜੇ ਇਸ ਤਰ੍ਹਾਂ ਸੇਵਾ ਕਰੀਏ ਨਾ, ਲੰਗਰ ਲਾ ਦਈਏ, ਸੇਵਾ ਕਰੀਏ ਤੇ ਲੱਖਾਂ ਰੁਪਏ ਨਾਲ ਲੈ ਜਾ ਸਕਦੇ ਆ। ਦੁਨੀ ਚੰਦ ਨੂੰ ਵੀ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਸੀ। ਮਹਾਰਾਜ ਨੇ ਸੂਈ ਦੇ ਦਿੱਤੀ ਸੀ, ਕਹਿੰਦੇ ਸੂਈ ਲਵਾਂਗੇ ਤੇਰੇ ਤੋਂ। ਤੇ ਕਿੰਨੇ 40 ਗੰਜ ਜੋੜੇ ਹੋਏ ਸੀ। ਤੇ ਕਹਿੰਦਾ ਸੂਈ ਤੇ ਉਹਦੀ ਘਰ ਦੀ ਨੇ ਜਾ ਕੇ ਦੱਸਿਆ ਸੀ, ਕਹਿੰਦਾ ਵੀ ਇਹ ਉਹਨਾਂ ਨੂੰ ਕਹਿ ਸੂਈ ਲੈ ਕੇ ਆ ਗਏ ਹੋ ਤੁਸੀਂ, ਸੂਈ ਕਿੱਥੋਂ ਚੱਲ ਜੇਗੀ ਉੱਥੇ। ਮਹਾਰਾਜ ਨੇ ਕਿਹਾ ਸੀ ਵੀ ਉੱਥੇ ਸੱਚਖੰਡ ਦੇ ਵਿੱਚ, ਉੱਥੇ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਤੇਰੇ ਤੋਂ ਸੂਈ ਲਵਾਂਗੇ। ਤੇ ਉਹ ਮਾਇਆਧਾਰੀ ਅਤੰਨਾ ਬੋਲਾ ਹੋਇਆ ਸੀ, ਸੂਈ ਲੈ ਕੇ ਘਰ ਆ ਗਿਆ ਸੀ। ਤੇ ਇਸਤਰੀ ਨੇ ਕਹਿ ਦਿੱਤਾ ਵੀ ਸਰੀਰ ਨਹੀਂ ਜਾਣਾ, ਪਦਾਰਥ ਨਹੀਂ ਜਾਣੇ, ਸੂਈ ਕਿੱਥੋਂ ਲੈ ਜਾਓਗੇ ਤੁਸੀਂ। ਉਹ ਕਹਿੰਦਾ ਸੂਈ ਨਹੀਂ ਜਾਣੀ। ਫਿਰ ਮਹਾਰਾਜ ਨੂੰ ਆ ਕੇ ਕਿਹਾ ਸੀ। ਮਹਾਰਾਜ ਨੇ ਫਿਰ ਕਿਹਾ ਵੀ ਇੰਨੀ ਮਾਇਆ ਇਕੱਠੀ ਹੋਈ ਹੈ, ਇੰਨੇ ਝੰਡੇ ਲਾਏ ਤੂੰ, ਕਹਿੰਦੇ ਇਹ ਲੈ ਜਾਏਗਾ ਇੰਨਾ ਪੈਸਾ। 7 ਸ਼ਾਇਦ ਝੰਡੇ ਲਾਏ ਹੋਏ ਸੀ, 7 ਲੱਖ ਦੇ ਦਾ ਉਸ ਸਮੇਂ ਦਾ ਇਕੱਠਾ ਕੀਤਾ ਹੋਇਆ ਸੀ। ਤੇ ਫਿਰ ਉਹ ਚਰਨੀ ਪੈ ਗਿਆ ਸੀ। ਤੇ ਮਹਾਰਾਜ ਨੂੰ ਕਹਿੰਦਾ ਵੀ ਮੈਂ ਮਹਾਰਾਜ ਲੈ ਕੇ ਜਾਣਾ ਚਾਹੁੰਦਾ ਹਾਂ ਇਹ ਸਾਰੀ ਮਾਇਆ। ਮਹਾਰਾਜ ਕਹਿੰਦੇ ਫਿਰ ਤੂੰ ਦਾਨ ਪੁੰਨ ਕਰ ਦੇ, ਇਸ ਤਰ੍ਹਾਂ ਲੈ ਜਾਏਗਾ ਸਾਰੀ, ਗਰੀਬਾਂ 'ਚ ਵੰਡ ਦੇ, ਕਿਸੇ ਦਾ ਘਰ ਬਣਾ ਦੇ, ਕੋਈ ਪਰਉਪਕਾਰ ਕਰ ਦੇ, ਕੋਈ ਸੇਵਾ ਕਰ ਦੇ, ਕੋਈ ਧਾਰਮਿਕ ਸਥਾਨਾਂ ਤੇ, ਇਸ ਤਰ੍ਹਾਂ ਲੈ ਜੀ, ਉਂਝ ਨਹੀਂ ਜਾਣਾ। ਇਸ ਕਰਕੇ ਬਿਨ ਬੁੱਧ ਗਏ, ਬੁੱਧੀ ਹੋਵੇ ਨਾ, ਸੋਝੀ ਹੋਵੇ, ਫਿਰ ਬੰਦਾ ਕਿਰਤ ਵੀ ਕਰੋ, ਨਾਮ ਜਪੋ, ਵੰਡ ਕੇ ਛਕੋ, ਦਸਮੰਧ ਤਾਂ ਹੀ ਕੱਢਣਾ ਚਾਹੀਦਾ ਨਾ। ਮਹਾਰਾਜ ਨੇ ਕਿਹਾ ਘਾਲ ਖਾਏ, ਘਾਲ ਨਾ ਕਮਾਈ ਕਰਕੇ ਖਾਓ ਛਕੋ, ਕਿਛ ਹੱਥੋਂ ਦੇ, ਕੁਛ ਹੱਥੋਂ ਦੇਣਾ ਵੀ ਕਰੋ। ਨਾਨਕ ਰਾਹ ਪਛਾਣੈ ਸੀ, ਉਹ ਰਸਤਾ ਫਿਰ ਵਾਹਿਗੁਰੂ ਦਾ ਪਤਾ ਲੱਗ ਜਾਂਦਾ ਉਹਨਾਂ ਨੂੰ, ਕਿਵੇਂ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ। ਇਸ ਕਰਕੇ ਨਹਿ ਕੂਪ ਖਨੇ ਜਲ ਹੇਤ ਕਭੀ, ਜਿਹੜੇ ਖੂਹ ਸੀ ਉਹ ਵੀ ਪੁੱਟਣਾ ਨਹੀਂ ਕੀਤੇ ਪਾਣੀ ਵਾਸਤੇ। ਧਰ ਭੀਤਰ ਨਾ ਜਲ ਤਾਲ ਬਣਾਏ, ਧਰਤੀ ਦੇ ਵਿੱਚ ਕਦੀ ਜਿਹੜੇ ਜਲ ਦੇ ਤਲਾਅ ਦਰਿਆ ਸੀ ਉਹ ਵੀ ਨਹੀਂ ਬਣਾਉਣਾ ਕੀਤੇ। ਬਲਹੀਨਨ ਕੋ ਦੁਖ ਦਾਨ ਦਈ, ਜਿਹੜੇ ਬਲ ਤੋਂ ਹੀਣੇ ਸੀ, ਤਾਕਤ ਤੋਂ ਹੀਣੇ ਸੀ, ਯਾਨੀ ਕਮਜ਼ੋਰ ਸੀ, ਗਰੀਬ ਬੰਦੇ। ਬਲਹੀਨਨ ਦਾ ਮਤਲਬ ਹੈ ਗਰੀਬ ਬੰਦੇ। ਉਹਨਾਂ ਕੋ ਦਾ ਅਰਥ ਹੁੰਦਾ ਨੂੰ, ਉਹਨਾਂ ਨੂੰ ਦੁਖੀ ਮਾਇਆ ਦਾ ਦਾਨ ਨਹੀਂ ਕੀਤੀ, ਦੁੱਖ ਦਾਨ ਦਏ, ਦੁੱਖ ਦਾ ਹੀ ਦਾਨ ਦੇਣਾ ਕੀਤਾ। ਉਹਨਾਂ ਨੂੰ ਦੁਖੀ ਕੀਤਾ, ਸਗੋਂ ਹੋਰ ਉਹਨਾਂ ਦੇ ਵਿਆਜ ਲੈ ਲੈ ਕੇ ਨਾ, ਕਈ ਗਰੀਬ ਬੰਦੇ ਉਹਨਾਂ ਦੇ ਹੋਰ ਲਾ ਟੈਕਸ ਪੈਸੇ ਲਾ ਕੇ ਉਹਨਾਂ ਨੂੰ ਦੁਖੀ ਦਾਨ ਦੇਣਾ ਕੀਤੇ। ਮਾਇਆ ਦਾ ਦਾਨ ਨਹੀਂ ਦਿੱਤਾ, ਦੁੱਖ ਦਿੱਤੇ, ਕਿਉਂਕਿ ਮਾਇਆਧਾਰੀ ਆ ਤੰਨਾ ਬੋਲਾ ਹੋ ਜਾਂਦਾ, ਫਿਰ ਕਿਸੇ ਦਾ ਸ਼ਬਦ ਨਹੀਂ ਸੁਣਦਾ। ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਇਸ ਕਰਕੇ ਮਾਇਆ ਦੀ ਦੁਨੀਆ ਦੇ ਵਿੱਚ ਮਾਇਆ ਦੀ ਮਹਿਮਾ ਹੈ, ਪਰ ਵਾਹਿਗੁਰੂ ਦੀ ਲੋਕ ਪਰਲੋਕ ਦੇ ਵਿੱਚ ਨਾਮ ਸਿਮਰਨ ਦੀ ਮਹਿਮਾ ਹੈ। ਨਾਮ ਧਨ ਬਿਨ ਹੋਰ ਸਭ ਵਿਖ ਜਾਣ। ਦੁਨੀਆ 'ਚ ਦਾ ਪਰਸੂ ਪਰਸਾ ਪਰਸਰਾਮ, ਇਹ ਮਾਇਆ ਕੇ 3 ਨਾਮ। ਇਹ ਮਾਇਆ ਦੇ 3 ਨਾਮ ਹੈ। ਜਿਹਦੇ ਕੋਲ ਮਾਇਆ ਨਹੀਂ ਹੈ ਉਹਨੂੰ ਕਹਿੰਦੇ ਓਏ ਪਰਸੂ, ਜਿਹਦੇ ਕੋਲ ਥੋੜੀ ਜੀ ਮਾਇਆ ਹੈਗੀ ਉਹਨੂੰ ਕਹਿੰਦੇ ਓਏ ਪਰਸਾ ਜੀ ਇੱਧਰ ਆਓ। ਤੇ ਜਿਹਦੇ ਕੋਲ ਵਾਵਾ ਮਾਇਆ ਹੈਗੀ ਆ ਉਹਨੂੰ ਕਹਿੰਦੇ ਪਰਸਰਾਮ ਜੀ ਆਓ ਮਹਾਰਾਜ ਬੈਠੋ। ਇਹ ਮਾਇਆ ਕੇ 3 ਨਾਮ, ਇਹ ਪੈਸੇ ਦੇ ਹੀ 3 ਨਾਮ ਹਨ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਕਿ ਧਨ 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 ਕੋ ਆਖੀ ਹੈ। ਕਲਯੁਗ ਦਾ ਸਮਾਂ, ਧਨ ਮਾਇਆ ਨੂੰ ਕਹੋ। ਕਹਿੰਦੇ ਜਾ ਕਾ ਜਗਤ ਗੁਲਾਮ, ਜਿਸ ਦਾ ਸਾਰਾ
संसार दास है, सब निरखत या को फिरै, सारे माया ही देखते हैं, सब उठ करत सलाम, सारे माया ਨੂੰ ਸਲਾਮਾਂ ਕਰਦੇ ਹਨ। ਪਰ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਹਨ ਉਹਨਾਂ ਦਾ ਹੁਣੇ ਹੀ ਤੁਸੀਂ ਸ਼ਬਦ ਸੁਣਿਆ ਤੀਸਰੇ ਪਾਤਸ਼ਾਹ ਮਹਾਰਾਜ ਦਾ, ਇਹੋ ਤਾਂ ਨਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਨਾਮ ਧਨ ਬਿਨ ਹੋਰ ਸਭ ਵਿਖ ਜਾਣ, ਬਹੁਤ ਸ਼ਬਦ ਹਨ। ਇਸ ਕਰਕੇ ਜੇ ਮਾਇਆ ਵਾਹਿਗੁਰੂ ਨੇ ਦਿੱਤੀ ਹੈ ਨਾ, ਆਪਣੀ ਕਿਰਤ ਵਿਰਤ ਕਰਕੇ ਦਸਵੰਧ ਵੀ ਆਪਾਂ ਸਾਰਿਆਂ ਨੇ ਕੱਢਣਾ ਹੈ। ਇਹ ਉਪਦੇਸ਼ ਇਹਦੇ ਵਿੱਚ ਦਿੱਤਾ ਹੈ ਵੀ ਪਰਉਪਕਾਰ ਵੀ ਕਰਨਾ ਹੈ। ਤੇ ਬਲਹੀਨਨ ਕੋ ਦੁਖ ਦਾਨ ਦਏ, ਜਿਹੜੇ ਬਲ ਤੋਂ ਹੀਨੇ ਕਮਜ਼ੋਰ ਸੀ, ਗਰੀਬ ਬੰਦੇ ਸੀ, ਉਹਨਾਂ ਨੂੰ ਦੁੱਖ ਹੀ ਦਾਨ ਦੇ ਵਿੱਚ ਦੇਣਾ ਕੀਤਾ। ਨਹ ਦੀਨਨ ਕੇ ਦੁਖ ਦੂਰ ਮਿਟਾਏ। ਅਤੇ ਜਿਹੜੇ ਦੀਨਨ ਸੀ, ਦੀਨ ਸ਼ਬਦ ਨਾ ਜੇ ਸੰਸਕ੍ਰਿਤ ਦੁਆਰਾ ਇਹਦਾ ਅਰਥ ਕਰੋਗੇ ਦੀਨ, ਤਾਂ ਉਹਦਾ ਅਰਥ ਹੈ ਗਰੀਬ, ਮਜ਼ਲੂਮ। ਦੀਨ ਦਰਦ ਨਿਵਾਰ ਠਾਕੁਰ ਰਾਖਿਆ ਜਨ ਕੀ ਆਪ। ਤੇ ਜੇ ਅਰਬੀ ਫਾਰਸੀ ਦੁਆਰਾ ਅਰਥ ਕਰੀਏ ਤਾਂ ਦੀਨ ਦਾ ਅਰਥ ਹੈ ਧਰਮ। ਜਿਵੇਂ ਕਿਹਾ ਨਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਉੱਥੇ ਦੀਨ ਦਾ ਅਰਥ ਧਰਮ ਹੈ, ਉਹ ਫਾਰਸੀ ਅਰਬੀ ਦੁਆਰਾ ਉੱਥੇ ਅਰਥ ਹੈ ਧਰਮ ਦੇ ਵਾਸਤੇ। ਇਸ ਕਰਕੇ ਨਹਿ ਦੀਨਨ ਕੇ ਦੁੱਖ ਦੂਰ ਮਿਟਾਏ, ਜਿਹੜੇ ਦੀਨਨ ਗਰੀਬ ਸੀ, ਮਜ਼ਲੂਮ ਸੀ, ਉਹਨਾਂ ਦੇ ਦੁੱਖਾਂ ਨੂੰ ਦੂਰ ਮਿਟਾਇਆ ਨਹੀਂ, ਦੂਰ ਨਹੀਂ ਕੀਤੇ, ਸਗੋਂ ਦੁੱਖ ਜਿਹੜੇ ਸੀ ਦਾਨ ਦੇਣਾ ਕੀਤੇ, ਦੁੱਖ ਹੀ ਦੇਣਾ ਕੀਤੇ। ਐਸੇ ਇਨਸਾਨ ਜਿਹੜੇ ਨੇ ਉਹਨਾਂ ਦਾ ਲੋਕ ਪਰਲੋਕ ਕੀ ਸਵਰਨਾ। ਜਿਹੜੇ ਇਹੋ ਜਿਹੇ ਮਾਇਆਧਾਰੀ ਹੁੰਦੇ ਆ ਨਾ, ਉਹ ਫਿਰ ਵਿਸ਼ਟਾ ਕੇ ਕੀੜੇ ਹੀ ਬਣਦੇ ਆ, ਉਹ ਫਿਰ ਨਰਕਾਂ 'ਚ ਹੀ ਜਾਂਦੇ ਆ, ਦੁੱਖ ਹੀ ਭੋਗਦੇ ਹਨ ਜੇ ਦਾਨ ਪੁੰਨ ਨਹੀਂ ਕਰਦੇ ਹਨ। ਸਵੈਯਾ ਆਪਣੇ ਹਿਤ ਤਿਆਗ ਕਰੇ ਪਰ ਕੋ ਹਿਤ। ਹੁਣ ਇਸ ਸਵਈਏ ਛੰਦ ਦੇ ਵਿੱਚ ਨਾ ਚਾਰ ਤਰ੍ਹਾਂ ਦੇ ਇਨਸਾਨਾਂ ਦਾ ਕਥਨ ਕਰਦੇ ਹਨ ਵੀ ਚਾਰ ਤਰ੍ਹਾਂ ਦੇ ਲੋਕ ਹੁੰਦੇ ਹਨ। ਇੱਕ ਹੈ ਆਪਣੇ ਹਿਤ ਤਿਆਗ ਕਰੇ, ਇੱਥੇ ਯਮਕ ਲਾ ਦਿਓ, ਪਰ ਕੋ ਹਿਤ। ਆਪਣੇ ਹਿਤ ਦਾ ਅਰਥ ਹੁੰਦਾ ਭਲਾ ਜਾਂ ਸੁਖ, ਦੋ ਅਰਥ ਲਾ ਲਓ। ਆਪਣੇ ਹਿਤ, ਆਪਣੇ ਭਲੇ ਦਾ ਤਿਆਗ ਕਰੇ, ਤਿਆਗ ਕਰ ਦਿੰਦੇ ਆ, ਆਪਣੇ ਸੁਖ ਨੂੰ ਛੱਡ ਦਿੰਦੇ ਹਨ। ਪਰ ਕੋ ਹਿਤ, ਪਰਾਏ ਦੇ ਭਲੇ ਵਾਸਤੇ, ਪਰਾਏ ਦਾ ਭਲਾ ਕਰਨ ਵਾਸਤੇ ਨਾ ਆਪਣਾ ਭਲਾ ਛੱਡ ਦਿੰਦੇ ਆ, ਆਪਣੇ ਸੁਖ ਨੂੰ ਛੱਡ ਦਿੰਦੇ ਆ। ਹਾਂਜੀ, ਅੱਗੇ ਫਰਮਾਉਂਦੇ ਹਨ, ਤੇ ਨਰ ਉੱਤਮ ਹੈ ਜਗ ਮਾਹੀ। ਉਹ ਜਿਹੜੇ ਨਰ ਇਨਸਾਨ ਹਨ ਉੱਤਮ ਸ੍ਰੇਸ਼ਟ ਹੈ ਜਗ ਕੀ ਸੰਸਾਰ, ਮਾਹੀ ਦਾ ਅਰਥ ਹੁੰਦਾ ਵਿੱਚ। ਕਹਿੰਦੇ ਜਿਹੜੇ ਆਪਣੇ ਸੁੱਖ ਦਾ ਤਿਆਗ ਕਰ ਦਿੰਦੇ ਆ ਪਰਾਏ ਦੇ ਭਲੇ ਵਾਸਤੇ, ਉਹ ਇਨਸਾਨ ਸੰਸਾਰ ਵਿੱਚ ਸਭ ਤੋਂ ਸ੍ਰੇਸ਼ਟ ਹਨ। ਦੇਵਤਾ ਪੁਰਸ਼ ਹਨ ਜਿਹੜੇ ਪਰਉਪਕਾਰ ਕਰਦੇ ਆ, ਜਿਹਨੂੰ ਇਹ ਸ਼ਾਂਤੀ ਕਰਦੇ ਹੁੰਦੇ ਆ ਨਾਮ ਜਪਣ ਵਾਲੇ ਗੁਰਸਿੱਖ, ਭਗਤੀ ਮਾਰਗ ਤੇ ਚੱਲਣ ਵਾਲੇ। ਉਹ ਆਪਣੇ ਭਲੇ ਨੂੰ ਛੱਡ ਦਿੰਦੇ ਆ, ਦੂਜੇ ਦਾ ਭਲਾ ਕਰਦੇ ਆ। ਇਹਨੂੰ ਗ੍ਰੰਥਾਂ ਦੇ ਵਿੱਚ ਕਿਹਾ ਵੀ ਸਭ ਤੋਂ ਸ੍ਰੇਸ਼ਟ ਇਨਸਾਨ ਹਨ, ਜਿਹਨੂੰ ਗੁਰਬਾਣੀ 'ਚ ਵੀ ਕਿਹਾ ਮਹਾਰਾਜ ਸਾਹਿਬ ਜੀ ਨੇ ਵੀ ਸ਼ਸਤਰ ਤੀਖਨ ਕਾਟ ਡਾਰਿਓ। ਭਾਵੇਂ ਦੂਜੇ ਬੰਦੇ ਨੇ ਤਿੱਖੇ ਤਿੱਖੇ ਸ਼ਸਤਰਾਂ ਨਾਲ ਵੀ ਕੱਟ ਦਿੱਤਾ, ਮਨ ਨਾ ਕੀਨੋ ਰੋਸ, ਪਰ ਸੰਤ ਰੋਸ ਨਹੀਂ ਕਰਦਾ। ਕਾਜੂਆ ਕੋ ਲੇਸ ਵਾਰੇ, ਉਹਦਾ ਬਣ ਕੇ ਉਹਦਾ ਭਲਾ ਕਰ ਦਿੰਦੇ ਆ। ਤਿਲ ਨਾ ਦੀਨੋ ਦੋਸ, ਸੰਤਨ ਕੀ ਹੈ ਐਸੀ ਰੀਤ। ਮਤਲਬ ਇਹ ਪਹਿਲੇ ਕਿਸਮ ਦੇ ਜਿਹੜੇ ਸਭ ਤੋਂ ਸ੍ਰੇਸ਼ਟ ਇਨਸਾਨ ਹਨ, ਪਰਉਪਕਾਰੀ ਹਨ, ਉਹਨਾਂ ਦੀ ਬਾਤ ਕਹੀ ਹੈ ਵੀ ਆਪਣੇ ਹਿੱਤ ਤਿਆਗ ਕਰੇ, ਆਪਣੇ ਭਲੇ ਦਾ ਤਿਆਗ ਕਰ ਦਿੰਦੇ ਨੇ, ਪਰ ਕੋ ਹਿੱਤ, ਪਰਾਏ ਦੇ ਭਲੇ ਵਾਸਤੇ। ਤੇ ਨਰ ਉੱਤਮ ਹੈ ਜਗ ਮਾਹੀ, ਉਹ ਇਨਸਾਨ ਜਿਹੜੇ ਨੇ ਸੰਸਾਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਹਨ, ਮਹਾਨ ਹਨ। ਆਪਣੇ ਹਿਤ ਸੰਗ ਕਰੇ ਪਰ ਕੋ ਹਿਤ। ਹਾਂ, ਹਿਤ ਪਾਠ ਹੀ ਸ਼ੁੱਧ ਹੈ, ਇੱਥੇ ਨਰ ਛਪਿਆ ਸੀ, ਹਿਤ ਪਾਠ ਸ਼ੁੱਧ ਹੈ। ਦੂਸਰੀ ਕੈਟਾਗਰੀ ਦੇ ਉਹ ਲੋਕ ਹਨ, ਉਹ ਇਨਸਾਨ ਹਨ, ਆਪਣੇ ਹਿੱਤ ਸੰਗ, ਆਪਣੇ ਭਲੇ ਦੇ ਨਾਲ, ਆਪਣਾ ਵੀ ਭਲਾ ਹੋਵੇ, ਕਰੇ ਪਰ ਕੋ ਹਿੱਤ, ਫਿਰ ਕਰਦੇ ਹਨ ਪਰਾਏ ਦਾ ਭਲਾ। ਇਹ ਦੇਖਦੇ ਆ ਵੀ ਮੇਰਾ ਵੀ ਇਹਦੇ ਵਿੱਚ ਭਲਾ ਹੈ ਕਿ ਨਹੀਂ ਹੈ, ਮੈਨੂੰ ਵੀ ਸੁੱਖ ਮਿਲੇਗਾ ਕਿ ਨਹੀਂ, ਫਿਰ ਦੂਸਰੇ ਦਾ ਭਲਾ ਕਰਦੇ ਹਨ। ਇਹ ਜਿਹੜੇ ਲੋਕ ਹਨ, ਐਸੇ ਇਨਸਾਨ ਹਨ। ਨਰ ਆਹਿ ਸਮਾਨ ਵਹੀ ਭਵ ਮਾਹੀ। ਨਹੀਂ, ਆਹਿ ਸਮਾਨ ਵਹੀ ਭਵ ਮਾਹੀ, ਇੱਥੇ ਨਰ ਹੈ, ਫਿਰ ਇਸ ਤਰ੍ਹਾਂ ਵੀ ਅਰਥ ਲੱਗ ਜਾਏਗਾ। ਐਸੇ ਜਿਹੜੇ ਇਨਸਾਨ ਹਨ, ਆਹੇ ਹੈ ਸਮਾਨ ਕੀ ਬਰਾਬਰ, ਵਹੀ ਉਹ ਭਵ ਕੀ ਸੰਸਾਰ ਮਾਹੀ ਵਿੱਚ। ਇਹੋ ਜਿਹੇ ਇਨਸਾਨ ਸੰਸਾਰ ਵਿੱਚ ਉਹ ਲੋਕ ਨਾ ਬਰਾਬਰ ਹਨ, ਸਮ ਹਨ। ਇਸ ਕਰਕੇ ਮੱਧਮ ਦਰਜੇ ਦੇ ਲੋਕ ਹਨ। ਜਿਹੜੇ ਉੱਤਮ ਦਰਜੇ ਦੇ ਹਨ ਉਹ ਤਾਂ ਦੂਸਰੇ ਦਾ ਹੀ ਭਲਾ ਕਰਦੇ ਆ, ਆਪਣਾ ਨਹੀਂ ਭਲਾ ਦੇਖਦੇ। ਤੇ ਜਿਹੜੇ ਆਪਣਾ ਵੀ ਭਲਾ
ਹੁੰਦਾ ਹੈ ਵੀ ਮੇਰਾ ਵੀ ਭਲਾ ਹੋਵੇ ਤੇ ਦੂਜੇ ਦਾ ਵੀ ਚਲੋ ਕੰਮ ਸਵਰ ਜਾਵੇ। ਇਹ ਐਸੇ ਜਿਹੜੇ ਇਨਸਾਨ ਹਨ ਉਹ ਮੱਧਮ ਦਰਜੇ ਦੇ ਲੋਕ ਹਨ। ਆਪਣੇ ਹਿਤ ਨਾਸ ਕਰੇ ਪਾਰ ਕੋ ਹਿਤ। ਹੁਣ ਆਪਣੇ ਹਿੱਤ ਇੱਥੇ ਯਮਕ ਲਾ ਦੇਣੀ ਹੈ। ਹੁਣ ਆਪਣਾ ਭਲਾ ਜਿਹੜੇ ਚਾਹੁੰਦੇ ਹਨ, ਤੀਸਰੀ ਕੈਟਾਗਰੀ ਦੇ ਉਹ ਲੋਕ ਹਨ। ਆਪਣੇ ਹਿੱਤ ਆਪਣਾ ਹੀ ਭਲਾ ਚਾਹੁੰਦੇ ਹਨ। ਨਾਸ ਕਰੇ ਪਰ ਕੋ ਹਿਤ, ਤੇ ਨਾਸ ਕਰ ਦਿੰਦੇ ਆ ਪਰਾਏ ਦਾ ਭਲਾ, ਪਰਾਏ ਦੇ ਸੁੱਖ ਨੂੰ ਨਾਸ ਕਰ ਦਿੰਦੇ ਆ ਆਪਣੇ ਭਲੇ ਵਾਸਤੇ। ਤੇ ਐਸੇ ਜਿਹੜੇ ਇਨਸਾਨ ਹਨ, ਰਾਖਸ ਹੈ ਨਰ ਤੇ ਜਗ ਮਾਹੀ। ਇਹੋ ਜਿਹੇ ਇਨਸਾਨ ਤੀਜੇ ਜਿਹੜੇ ਨੇ ਨਾ, ਰਾਖਸ਼ ਹੈ ਨਰ ਤੇ, ਉਹ ਇਨਸਾਨ ਸੰਸਾਰ ਦੇ ਵਿੱਚ ਜਗ ਮਾਹੀ, ਸੰਸਾਰ ਵਿੱਚ ਰਾਖਸ਼ ਹਨ, ਜਿਹੜਾ ਸਿਰਫ ਆਪਣਾ ਭਲਾ ਚਾਹੁੰਦੇ ਆ ਤੇ ਦੂਜੇ ਦਾ ਨੁਕਸਾਨ ਕਰਦੇ ਆ। ਇਹ ਆਪਾਂ ਸਾਰੇ ਹੀ ਅੱਜ ਕੱਲ੍ਹ ਦੇਖਦੇ ਆ, ਡੇਰਿਆਂ 'ਚ, ਸਥਾਨਾਂ ਦੇ ਵਿੱਚ, ਭਾਵੇਂ ਕਿਸੇ ਥਾਂ ਤੇ ਵੀ ਤੁਸੀਂ ਕਿਸੇ ਵੀ ਕੰਮ ਵਿੱਚ ਲੈ ਲਓ, ਕੁਝ ਐਸੇ ਇਨਸਾਨ ਹੁੰਦੇ ਆ, ਉਹ ਇਹ ਨਹੀਂ ਦੇਖਦੇ ਵੀ ਇਹਨਾਂ ਦੇ ਇੰਨੇ ਸਾਲ ਲੱਗੇ ਹੋਏ ਆ। ਅਸੀਂ ਤੇ ਕਈ ਜਗ੍ਹਾਵਾਂ ਤੇ ਇਹ ਦੇਖਿਆ ਵੀ ਕਈਆਂ ਦੀ ਸੇਵਾ ਸਿਮਰਨ ਬਹੁਤ ਹੁੰਦੀ ਹੈ ਤੇ ਕਈ ਬਾਅਦ 'ਚੋਂ ਆਏ ਹੁੰਦੇ ਆ, ਉਹ ਜਾਣ ਕੇ ਉੱਥੇ ਕਬਜ਼ਾ ਕਰ ਲੈਂਦੇ ਆ, ਮੁੜ ਕੇ ਉਹ ਪੁਰਾਣਿਆਂ ਨੂੰ ਚੱਕ ਕੇ ਪਰੇ ਕਰ ਦਿੰਦੇ ਆ। ਇਹ ਨਹੀਂ ਦੇਖਦੇ, ਸਿਰਫ ਆਪਣਾ ਭਲਾ ਵੇਖਦੇ ਆ ਵੀ ਸਾਡਾ ਭਲਾ ਹੋ ਜੇ। ਤੇ ਉਹਨੂੰ ਕੀ ਕਿਹਾ ਗ੍ਰੰਥਾਂ ਦੇ ਵਿੱਚ, ਕਹਿੰਦੇ ਉਹ ਬੰਦੇ ਨਾ ਰਾਖਸ਼ ਹਨ, ਤੇ ਰਾਖਸ਼ ਜਿਹੜੇ ਸਿੱਧੇ ਨਰਕਾਂ ਨੂੰ ਹੀ ਜਾਂਦੇ ਆ। ਤੇ ਥੋੜੇ ਸਮੇਂ ਵਾਸਤੇ ਉਹ ਸੋਚਦੇ ਆ ਵੀ ਸਾਨੂੰ ਸ਼ਾਇਦ ਕਿਸੇ ਪਦਵੀ ਨੂੰ ਲੈ ਕੇ ਜਾਂ ਛਲ ਕਪਟ ਕਰਕੇ, ਅਸੀਂ ਕੋਈ ਜਗ੍ਹਾ ਤੇ ਕਬਜ਼ਾ ਕਰਕੇ, ਜਾਂ ਜਿਵੇਂ ਕਈ ਪੋਲੀਟੀਸ਼ੀਅਨ ਬੰਦੇ ਹੁੰਦੇ ਆ, ਰਾਜਨੀਤਿਕ ਬੰਦੇ ਹੁੰਦੇ ਆ, ਉਹ ਆਪਣੇ ਰਾਜ ਭਾਗ ਨੂੰ ਹਾਸਲ ਕਰਨ ਵਾਸਤੇ ਜਿਹੜੇ ਆਮ ਜਨਤਾ ਹੈਗੀ, ਜਿਨ੍ਹਾਂ ਵਿਚਾਰਿਆਂ ਨੂੰ ਕੁਝ ਪਤਾ ਨਹੀਂ ਹੁੰਦਾ, ਤੇ ਉਹਨਾਂ ਨੂੰ ਗੁੰਮਰਾਹ ਕੁਨ ਪ੍ਰਚਾਰ ਕਰਕੇ ਉਹਨਾਂ ਨੂੰ ਆਪਣੇ ਮਗਰ ਲਾ ਲੈਂਦੇ ਆ। ਤੇ ਐਸੇ ਲੋਕ ਜਿਹੜੇ ਹੁੰਦੇ ਆ ਨਾ, ਉਹ ਰਾਖਸ਼ ਹਨ ਸੰਸਾਰ ਦੇ ਵਿੱਚ। ਉਹ ਕਦੀ ਵੀ ਸੰਸਾਰ ਦਾ ਭਲਾ ਨਹੀਂ ਕਰ ਸਕਦੇ। ਲੋਕ ਸੁਖੀ ਤੇ ਪਰਲੋਕ ਸੁਹੇਲੇ ਤੇ ਉਹਨਾਂ ਦੇ ਕੀ ਹੋਣੇ ਆ। ਇਸ ਕਰਕੇ ਉਹ ਤੇ ਸਗੋਂ ਪਾਪ ਦੀ ਖੱਟੀ ਕਰਦੇ ਆ, ਕਿਉਂਕਿ ਉਹ ਦੂਜੇ ਦਾ ਵੀ ਜੀਵਨ ਵਿਗਾੜ ਦਿੰਦੇ ਆ ਨਾ। ਜਿਹੜੇ ਨਾਲ ਲੱਗੇ ਹੁੰਦੇ ਆ ਉਹ ਤਾਂ ਵਿਚਾਰੇ ਸ਼ਰਧਾ ਭਾਵਨਾ ਨਾਲ ਹੀ ਲੱਗ ਜਾਂਦੇ ਆ, ਬੋਲ ਸੁਣ ਕੇ, ਸਪੀਚਾਂ ਸੁਣ ਕੇ, ਪਦਾਰਥ ਦੇਖ ਕੇ, ਰਾਜਨੀਤਿਕ ਆਗੂ ਦੇਖ ਕੇ, ਜਾਂ ਵੱਡੀ ਪਦਵੀ ਵਾਲਾ ਵੇਖ ਕੇ ਨਾਲ ਲੱਗ ਜਾਂਦੇ ਆ। ਤੇ ਇਸ ਕਰਕੇ ਪਰ ਉਹਨਾਂ ਦਾ ਆਪਣਾ ਹੀ ਹਿੱਤ ਹੁੰਦਾ ਵੀ ਸਾਡਾ ਹੀ ਭਲਾ ਹੋਵੇ, ਸਾਡਾ ਹੀ ਕਾਰਜ ਹੋਵੇ, ਤੇ ਭਾਵੇਂ ਦੂਜੇ ਦਾ ਕਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਅਤੇ ਨਾਲ ਵੀ ਨਹੀਂ ਖੜਦੇ। ਇਹ ਸਾਰਾ ਕੁਝ ਤੁਸੀਂ ਵੀ ਸੰਸਾਰ ਵਿੱਚ ਵੇਖਿਆ, ਆਪਾਂ ਦੇਖਦੇ ਹੀ ਆ ਸੰਸਾਰ ਦੇ ਵਿੱਚ। ਇਸ ਕਰਕੇ ਸਾਨੂੰ ਇਸ ਤਰ੍ਹਾਂ ਦਾ ਇਨਸਾਨ ਨਹੀਂ ਬਣਨਾ ਚਾਹੀਦਾ। ਸਾਨੂੰ ਇਹ ਦੇਖਣਾ ਚਾਹੀਦਾ ਵੀ ਆਪਾਂ ਆਪਣਾ ਭਲਾ ਛੱਡ ਦੋ, ਦੂਸਰੇ ਦਾ ਭਲਾ ਕਰੀਏ। ਇਸ ਕੈਟਾਗਰੀ ਵਿੱਚ ਆਈਏ, ਫਿਰ ਗੁਰੂ ਸਾਹਿਬ ਦੀ ਖੁਸ਼ੀ ਹੋਣੀ ਹੈ। ਚਲੋ ਦੂਸਰੇ ਮੱਧਮ ਦੇ ਵੀ ਦਰਜੇ ਦੇ ਠੀਕ ਹੈ, ਵਿਚਾਲੜਾ ਜਾਂ ਮੇਲ, ਪਰ ਆਹ ਤਾਂ ਬਹੁਤ ਮਾੜਾ ਹੈ। ਤੇ ਇਹ ਸਾਰਾ ਇਹ ਤੀਸਰੀ ਪੰਕਤੀ ਸਾਨੂੰ ਛੱਡਣੀ ਪੈਣੀ ਹੈ। ਕਈ ਵਾਰ ਅਸੀਂ ਕੋਈ ਐਸੀ ਜਗ੍ਹਾ ਦੇ ਉੱਤੇ ਸਾਨੂੰ ਸੇਵਾਵਾਂ ਮਿਲ ਜਾਂਦੀਆਂ, ਤਾਂ ਕਦੀ ਵੀ ਇਹ ਨਹੀਂ ਕਰਨਾ ਕਿ ਮੇਰਾ ਭਲਾ ਹੋਵੇ ਤੇ ਦੂਜੇ ਨੂੰ ਮੈਂ ਹਟਾ ਕੇ ਤੇ ਮੈਂ ਉਹਦੀ ਗੱਦੀ ਤੇ, ਉਹਦੇ ਆਸਣ ਤੇ ਬੈਠ ਜਾਵਾਂ ਜਾਂ ਉਹਦੀ ਸੇਵਾ ਸਾਂਭ ਲਵਾਂ, ਤੇ ਫਿਰ ਨੁਕਸਾਨ ਹੀ ਹੋਏਗਾ। ਉਹ ਗਲਤ ਬੀਜ ਦਿੱਤਾ ਤਾਂ ਉਹਦਾ ਜਿਹੜਾ ਫਲ ਉਹਨੂੰ ਆਪੇ ਬੀਜ ਆਪੇ ਹੀ ਖਾਹੋ। ਜਿਹੜਾ ਬੀਜ ਬੀਜਾਂਗੇ ਛਕਣਾ ਵੀ ਆਪਾਂ ਨੂੰ ਪੈਣਾ। ਤੇ ਫਰੀਦਾ ਲੋੜਾ ਦਾਖ ਬਿਜੌਰੀਆ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਏ ਦਾ, ਪੈਦਾ ਲੋੜਾ ਪੱਟ। ਤੇ ਚਾਹੁੰਦਾ ਬਿਜੋਰ ਦੇਸ਼ ਦੀਆਂ ਦਾਖਾਂ ਤੇ ਬੀਜੀ ਜਾਂਦਾ ਕਿੱਕਰ। ਇਹ ਉਹਦੀ ਸਦਰ ਕਿਵੇਂ ਪੂਰੀ ਹੋ ਸਕਦੀ ਹੈ? ਇਹ ਨਹੀਂ ਪੂਰੀ ਹੋ ਸਕਦੀ। ਤੇ ਇਸ ਕਰਕੇ ਬੀਜ ਬੀਜਣ ਲੱਗਿਆ ਨਾ ਸੋਚਣਾ ਚਾਹੀਦਾ। ਇਸ ਕਰਕੇ ਇਹ ਤੀਸਰੀ ਜਿਹੜੀ ਕੈਟਾਗਰੀ ਦੇ ਲੋਕ ਹਨ, ਇਹ ਰਾਖਸ਼ ਹਨ ਤੇ ਇਸ ਧਰਤੀ ਦੇ ਉੱਤੇ ਬੋਝ ਹਨ। ਬਿਨਾਹੀ ਆਪਣੇ ਹਿਤ ਨਾਸ ਕਰੇ ਪਰ ਕੋ ਹਿਤ। ਨਹੀਂ, ਬਿਨ ਹੀ ਆਪਣੇ ਹਿਤ ਨਾਸ ਕਰੇ ਪਰ ਕੋ ਹਿਤ। ਬਿਨ ਹੀ ਆਪਣੇ ਹਿਤ ਨਾਸ ਕਰੇ ਪਰ ਕੋ ਹਿਤ। ਹੁਣ ਚੌਥੇ ਲੋਕ ਕਿਹੋ ਜਿਹੇ ਹਨ? ਕਹਿੰਦੇ ਬਿਨ ਹੀ ਆਪਣੇ ਹਿਤ, ਬਿਨਾ ਹੀ ਆਪਣੇ ਭਲੇ ਆਪਣੇ ਸੁਖ, ਨਾਸ ਕਰੇ ਪਰ ਕੋ ਹਿਤ। ਨਾਸ ਕਰ ਦਿੰਦੇ ਆ, ਨੁਕਸਾਨ ਪਹੁੰਚਾ ਦਿੰਦੇ ਆ ਪਰਾਏ ਦਾ ਭਲਾ, ਪਰਾਏ ਦੇ ਸੁੱਖ ਨੂੰ। ਆਪਣਾ ਵੀ ਕੋਈ ਭਲਾ ਨਹੀਂ ਉਹਦੇ ਵਿੱਚ ਤੇ ਦੂਸਰੇ ਦਾ ਵੀ ਨੁਕਸਾਨ ਕਰ ਦੇਣਾ। ਇਹੋ ਜਿਹੇ ਲੋਕ ਬਹੁਤੇ ਜ਼ਿਆਦੇ ਹੁੰਦੇ ਆ। ਬਸ ਉਹਨਾਂ ਨੇ ਨਾ, ਕਈਆਂ ਦਾ ਐਸਾ ਹੀ ਸੁਭਾਅ ਹੁੰਦਾ ਵੀ ਇਹਦਾ ਨੁਕਸਾਨ ਕਿਵੇਂ ਹੋ ਜੇ, ਇਹ ਕਿਉਂ ਵੱਧਾ ਫੁੱਲਦਾ ਹੈ, ਇਹਦੀ ਬੱਲੇ ਬੱਲੇ ਕਿਉਂ ਹੋਈ ਜਾਂਦੀ ਹੈ, ਇਹਦੀਆਂ ਲੱਤਾਂ ਖਿੱਚੋ, ਇਹਨੂੰ ਸੁੱਟੋ ਥੱਲੇ। ਭਲਾ ਉਹਦਾ ਆਪਦਾ ਵੀ ਨਹੀਂ ਹੋ ਰਿਹਾ ਵੀ ਉਹਨੂੰ ਤੂੰ ਸੁੱਟ ਕੇ ਤੂੰ ਕੀ ਕਰੇਂਗਾ, ਵੀ ਤੇਰਾ ਭਲਾ ਹੋ ਜਾਊਗਾ, ਉਹਦਾ ਵੀ ਕੋਈ ਭਲਾ ਨਹੀਂ। ਬਸ ਦੇਖ ਕੇ ਬਸ ਮਨ 'ਚ ਇਹੀ ਹੋਈ ਜਾਣਾ ਵੀ ਇਹ ਵੱਧ ਫੁੱਲ ਕਿਉਂ ਗਿਆ, ਇਹ ਤੇ ਮੇਰੇ ਨਾਲ ਰਹਿੰਦਾ ਸੀ, ਇਹ ਇੰਨੀ ਵੱਡੀ ਗੱਲ ਇਹਨੂੰ ਕਿਉਂ ਪ੍ਰਾਪਤ ਹੋ ਗਈ ਪਦਵੀ।
ਤੇ ਇਸ ਕਰਕੇ ਫਿਰ ਉਹ ਨੁਕਸਾਨ ਹੀ ਕਰਦੀਆਂ। ਇੰਦਰ ਨਾ ਜੈਲਸ, ਈਰਖਾ, ਦਵੈਸ਼ ਦੇ ਨਾਲ ਹੀ ਬਸ ਦਿਲ ਜੇ ਨਾ ਮਲੀਨ ਜੇ ਰਹਿੰਦੇ ਆ। ਹੁਣ ਚੌਥੇ ਕੈਟਾਗਰੀ ਦੇ ਲੋਕ ਹਨ, ਬਿਨ ਹੀ ਆਪਣੇ ਹਿਤ ਨਾਸ ਕਰੇ ਪਰ ਕੋ ਹਿਤ। ਆਪਣਾ ਵੀ ਭਲਾ ਨਹੀਂ ਹੈ ਉਸ ਕੰਮ ਦੇ ਵਿੱਚ, ਤੇ ਪਰ ਪਰਾਏ ਦਾ ਨੁਕਸਾਨ ਕਰਨਾ ਹੀ ਕਰਨਾ ਹੈ। ਤੇ ਨਰ ਕੌਣ ਕਹਾਹੀ, ਤੇ ਨਰ ਕੌਣ ਕਹਾਹੀ, ਕਹਿੰਦੇ ਉਹਨਾਂ ਇਨਸਾਨਾਂ ਨੂੰ, ਉਹ ਇਨਸਾਨ ਕੌਣ ਹਨ, ਇਹ ਕਿੱਥੋਂ ਚੱਲ ਕੇ ਆਏ ਹਨ ਇਹੋ ਜਿਹੇ ਬੰਦੇ, ਤੇ ਕਹਾਹੀ ਉਹਨਾਂ ਨੂੰ ਕੀ ਕਹਿ ਸਕਦੇ ਆ। ਚਲੋ ਇੱਕ ਤਾਂ ਸ੍ਰੇਸ਼ਟ ਪੁਰਸ਼ ਹਨ, ਇੱਕ ਮੱਧਮ ਦਰਜੇ ਦੇ ਹਨ, ਤੇ ਇੱਕ ਰਾਖਸ਼ ਹਨ, ਤੇ ਇੱਕ ਇਹ ਚੌਥੇ ਕੈਟਾਗਰੀ ਦੀਆਂ। ਇਹਨਾਂ ਨੂੰ ਕੀ ਸ਼ਬਦ ਦਈਏ, ਕੀ ਕਹੀਏ ਇਹਨਾਂ ਨੂੰ ਵੀ ਜਿਹੜੇ ਨਾ ਆਪਣਾ ਭਲਾ ਕੋਈ ਹੋ ਰਿਹਾ, ਦੂਜੇ ਦਾ ਤੁਸੀਂ ਨੁਕਸਾਨ ਕਰੀ ਜਾਓ। ਇਹ ਤਾਂ ਜ਼ਿਆਦਾ ਨਾ ਰਾਖਸ਼ਾਂ ਤੋਂ ਵੀ ਬਦਤਰ, ਜਾਂ ਇਹਨਾਂ ਨੂੰ ਭੂਤ ਪ੍ਰੇਤ ਆਤਮਾਵਾਂ ਜਾਂ ਅਵਗਤ ਰੂਹਾਂ, ਭਟਕੀਆਂ ਹੋਈਆਂ ਰੂਹਾਂ